Hello everyone, I hope you all are doing fine. ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਮੈਂ ਉਮੀਦ ਕਰਦੀ ਹਾਂ ਤੁਸੀਂ ਸਭ ਆਪਣੀ ਸਿਹਤ ਦਾ ਵਧੀਆ ਧਿਆਨ ਰੱਖ ਰਹੇ ਹੋ ਤੇ ਤੁਹਾਡੀ ਪੜ੍ਹਾਈ ਵੀ ਵਧੀਆ ਚੱਲ ਰਹੀ ਹੈ। ਆਪਾਂ ਸ਼ੁਰੂ ਕਰਨ ਜਾ ਰਹੇ ਹਾਂ 5th ਕਲਾਸ ਦੀ ਬੁੱਕ ਮਾਈ ਵਰਲਡ ਦਾ 23rd ਚੈਪਟਰ ਫਰੋਮ ਫੀਲਡ ਟੂ ਪਲੇਟ। ਸਿੱਧਾ ਖੇਤਾਂ ਤੋਂ ਸਾਡੀ ਥਾਲੀ ਤੱਕ ਖਾਣਾ ਕਿਵੇਂ ਪਹੁੰਚਦਾ ਹੈ ਉਹ ਆਪਾਂ ਪੜਾਂਗੇ। Summer vacation in school were going to begin from June. ਸਕੂਲ ਵਿੱਚ ਜੂਨ ਤੋਂ ਗਰਮੀ ਦੀਆਂ ਛੁੱਟੀਆਂ ਸ਼ੁਰੂ ਹੋਣੀਆਂ ਸਨ। Mani was very happy because he had planned to go to his maternal grandparents during vacation. Mani बहुत खुश ਸੀ ਕਿਉਂਕਿ ਉਸਨੇ ਛੁੱਟੀਆਂ ਦੌਰਾਨ ਆਪਣੇ ਨਾਨਾ ਨਾਨੀ ਕੋਲ ਜਾਣਾ ਸੀ ਤੇ ਉਹਦਾ ਪਲਾਨ ਬਣਾਇਆ ਸੀ। Mani's happiness had no bounds as his maternal grandparents had a joint family which included his Nana ji, Nani ji, Mama ji, Mami ji and their children. ਮਨੀ ਦੀ ਖੁਸ਼ੀ ਦਾ ਕੋਈ ਠਿਕਾਣਾ ਨਹੀਂ ਸੀ, ਕੋਈ ਹੱਦ ਨਹੀਂ ਸੀ ਕਿਉਂਕਿ ਉਹਨੇ ਆਪਣੇ ਨਾਨਕੇ ਘਰ ਜਾਣਾ ਸੀ ਜਿੱਥੇ ਬਹੁਤ ਸਾਰੇ ਲੋਕ ਰਲ ਕੇ ਰਹਿੰਦੇ ਸੀ ਪਰਿਵਾਰ ਵਿੱਚ। ਨਾਨਾ ਜੀ, ਉਹਦੇ ਨਾਨੀ ਜੀ, ਉਹਨਾਂ ਦੇ ਮਾਮਾ ਜੀ, ਮਾਮੀ ਜੀ ਤੇ ਅੱਗੇ ਉਹਨਾਂ ਦੇ ਬੱਚੇ। As per the program, Mani reached his grandparents' house with his mother. ਤੇ ਪ੍ਰੋਗਰਾਮ ਅਨੁਸਾਰ ਮਨੀ ਆਪਣੇ ਨਾਨਕੇ ਘਰ ਆਪਣੇ ਮਾਤਾ ਜੀ ਦੇ ਨਾਲ ਪਹੁੰਚ ਗਿਆ। After greeting them, Mama ji said to Mani and his mother, "Sister, enjoy yourself. I am going to fields on tractor." ਤੇ ਸਤਿ ਸ਼੍ਰੀ ਅਕਾਲ ਕਹਿਣ ਤੋਂ ਬਾਅਦ, ਮਿਲਣ ਤੋਂ ਬਾਅਦ ਮਾਮਾ ਜੀ ਨੇ ਮਨੀ ਤੇ ਉਹਦੇ ਮੰਮੀ ਨੂੰ ਕਿਹਾ ਵੀ ਭੈਣ ਜੀ ਹੁਣ ਤੁਸੀਂ ਆਰਾਮ ਕਰੋ, ਮੈਂ ਟਰੈਕਟਰ ਰਾਹੀਂ ਖੇਤਾਂ ਨੂੰ ਜਾ ਰਿਹਾ। I have finished the harvesting of rabi crop and now I have to prepare the soil for sowing kharif crop. ਤੇ ਉਹ ਕਹਿ ਰਹੇ ਸੀ ਵੀ ਮੈਂ ਹਾੜੀ ਦੀ ਫਸਲ ਵੱਢ ਲਈ ਹੈ ਹੁਣ ਪੂਰੀ ਤਰੀਕੇ ਦੇ ਨਾਲ। ਹਾੜੀ ਦਾ ਮਤਲਬ ਰਾਬੀ ਦੀ ਫਸਲ, ਤੇ ਹੁਣ ਮੈਂ ਅਗਲੀ ਫਸਲ ਲਾਣੀ ਹੈ ਜਿਹੜੀ ਖਾਰਿਫ ਦੀ ਹੈਗੀ ਉਹਦੀ ਬਿਜਾਈ ਕਰਨੀ ਹੈ, ਇਸ ਲਈ ਮੈਂ ਖੇਤ ਤਿਆਰ ਕਰ ਰਿਹਾ। Mani, who was listening to all this, asked, "Mama ji, what are rabi and kharif crops?" ਮਣੀ ਜੋ ਇਹ ਸਭ ਸੁਣ ਰਿਹਾ ਸੀ ਉਸਨੇ ਆਪਣੇ ਮਾਮਾ ਜੀ ਤੋਂ ਪੁੱਛਿਆ ਵੀ ਇਹ ਰਾਬੀ ਤੇ ਖਾਰਿਫ ਕ੍ਰੌਪਸ ਕੀ ਹੁੰਦੀਆਂ ਨੇ ਫਸਲਾਂ। ਮਾਮਾ ਜੀ, son, the crops like wheat, mustard, sarson and chickpeas ya chana, which are sown in the month of October and harvested in the month of April, are rabi crops. ਤੇ ਮਾਮਾ ਜੀ ਨੇ ਦੱਸਿਆ ਵੀ ਪੁੱਤਰ ਕਣਕ, ਸਰੋਂ ਜਾਂ ਸਰਸੋਂ, ਛੋਲੇ ਅਜਿਹੀਆਂ ਫਸਲਾਂ ਜੋ ਆਪਾਂ ਅਕਤੂਬਰ ਦੇ ਮਹੀਨੇ 'ਚ ਬੀਜਦੇ ਆ ਤੇ ਅਪ੍ਰੈਲ ਵਿੱਚ ਕੱਟੀਆਂ ਜਾਂਦੀਆਂ ਨੇ ਉਹਨਾਂ ਨੂੰ ਹਾੜੀ ਦੀ ਫਸਲ ਜਾਂ ਰਾਬੀ ਕ੍ਰੌਪਸ ਕਿਹਾ ਜਾਂਦਾ ਹੈ। ਐਂਡ ਦ ਕ੍ਰੌਪਸ ਸੋਨ ਇਨ ਦ ਮੰਥਸ ਆਫ ਜੂਨ, ਜੁਲਾਈ and harvested in September, October are known as kharif crops. Example, paddy, rice, maize, corn. ਤੇ ਜੋ ਫਸਲਾਂ ਆਪਾਂ ਬੀਜਦੇ ਹੈਗੇ ਆ ਜੂਨ ਜੁਲਾਈ ਦੇ ਮਹੀਨੇ ਦੇ ਵਿੱਚ ਤੇ ਆਪਾਂ ਵਾਹੁੰਦੇ ਹੈਗੇ ਆ, ਫਿਰ ਉਸ ਤੋਂ ਬਾਅਦ ਤਾਂ ਜਦ ਕੱਟਣੀ ਹੁੰਦੀ ਹੈ ਸਪਟੈਂਬਰ ਅਕਤੂਬਰ ਦਾ ਮਹੀਨਾ ਆ ਜਾਂਦਾ ਹੈ, ਜਦੋਂ ਤਿਆਰ ਹੋ ਜਾਂਦੀਆਂ ਨੇ ਉਹਨਾਂ ਨੂੰ ਖਾਰਿਫ ਕ੍ਰੌਪਸ ਕਿਹਾ ਜਾਂਦਾ ਹੈ, ਜਿਵੇਂ ਕਿ ਚੌਲ ਹੋ ਗਏ, ਮੱਕੀ ਹੋ ਗਈ। ਐਕਟੀਵਿਟੀ ਦਿੱਤੀ ਹੋਈ ਹੈ। ਐਕਟੀਵਿਟੀ 1, ਕਲੈਕਟ ਸੀਡਸ ਆਫ ਡਿਫਰੈਂਟ ਕ੍ਰੌਪਸ। ਵੱਖ-ਵੱਖ ਫਸਲਾਂ ਦੇ ਬੀਜ ਇਕੱਠੇ ਕਰੋ। Identify them, ਉਹਨਾਂ ਦੀ ਪਛਾਣ ਕਰੋ। Classify the seeds according to their sowing season and paste separately in your notebook and also write their names. ਤੇ ਇਹਨਾਂ ਬੀਜਾਂ ਨੂੰ ਇੱਕ ਕਦ ਬੋਏ ਜਾਂਦੇ ਨੇ ਉਸ ਹਿਸਾਬ ਦੇ ਨਾਲ ਵੱਖ-ਵੱਖ ਕਰੋ, ਠੀਕ ਹੈ, ਉਸ ਅਨੁਸਾਰ ਲਾਓ ਕਿਹੜੇ ਮੌਸਮ ਦੇ ਵਿੱਚ ਬੋਏ ਜਾਂਦੇ ਨੇ ਤੇ ਆਪਣੀ ਕਾਪੀ ਦੇ ਵਿੱਚ ਨਾਮ ਦੇ ਨਾਲ ਚਿਪਕਾ ਦਿਓ। ਮੈਂ ਇੱਥੇ ਬੀਜਾਂ ਦੇ ਨਾਂ ਲਿਖਦੇ ਨੇ। ਰਾਬੀ ਸੀਜ਼ਨ ਸੀਡਸ ਜਿਵੇਂ ਕਿ ਵੀਟ, ਕਣਕ, ਓਟਸ, ਲਿਨਸੀਡਸ, ਬਾਰਲੇ, ਗ੍ਰਾਮ ਐਂਡ ਮਸਟਰਡ। ਤੇ ਖਾਰਿਫ ਸੀਜ਼ਨ ਦੇ ਸੀਡਸ ਹੈਗੇ ਨੇ ਮੂੰਗ ਦਾਲ, ਉੜਦ ਦਾਲ, ਬਾਜਰਾ, ਕਾਟਨ, ਮਿਲੇਟਸ ਐਂਡ ਗਰਾਊਂਡਨਟ। ਮਨੀ, ਮਾਮਾ ਜੀ, I will also accompany you to see how the seeds of a crop are sown. ਤੇ ਮਨੀ ਕਹਿੰਦਾ ਹੈ ਮਾਮਾ ਜੀ ਮੈਂ ਵੀ ਤੁਹਾਡੇ ਨਾਲ ਆਵਾਂਗਾ ਤਾਂ ਜੋ ਮੈਂ ਦੇਖ ਸਕਾਂ ਵੀ ਬੀਜ ਕਿਵੇਂ ਬੋਏ ਜਾਂਦੇ ਨੇ।
Mama ji, all right, let us go to the fields, sit on the tractor. ਤੇ ਮਾਮਾ ਜੀ ਕਹਿੰਦੇ ਨੇ ਵੀ ਠੀਕ ਹੈ ਪੁੱਤਰ, ਆਓ ਮੇਰੇ ਨਾਲ ਆਪਾਂ ਖੇਤਾਂ ਵੱਲ ਚੱਲੀਏ ਤੇ ਤੁਸੀਂ ਟਰੈਕਟਰ ਤੇ ਬਹਿ ਜਾਓ। ਆ ਦੇਖੋ ਇੱਥੇ ਟਰੈਕਟਰ ਦੀ ਤਸਵੀਰ ਵੀ ਬਣਾਈ ਹੋਈ ਹੈ। ਨਾਨਾ ਜੀ was very happy to see Mani. ਮਨੀ ਨੂੰ ਦੇਖ ਕੇ ਨਾਨਾ ਜੀ ਬਹੁਤ ਖੁਸ਼ ਹੋਏ। He was already in the fields instructing the workers about the work, and at the same time he was taking the bullocks to Tubewell Trough to drink water. ਨਾਨਾ ਜੀ ਪਹਿਲਾਂ ਹੀ ਉੱਥੇ ਖੇਤਾਂ ਵਿੱਚ ਸੀ ਜੋ ਮਜ਼ਦੂਰਾਂ ਨੂੰ ਕੰਮ ਬਾਰੇ ਦੱਸ ਰਹੇ ਸੀ ਤੇ ਨਾਲ ਦੀ ਨਾਲ ਉਹ ਬਲਦਾਂ ਨੂੰ ਟਿਊਬਵੈਲ ਤੇ ਪਾਣੀ ਪਿਲਾਉਣ ਵੀ ਲੈ ਕੇ ਜਾ ਰਹੇ ਸੀ। Mani greeted his Nana ji and curiously told him that he would also see the process of sowing seeds in the field. Mani ਨੇ ਨਾਨਾ ਜੀ ਨੂੰ ਸਤਿ ਸ੍ਰੀ ਅਕਾਲ ਬੁਲਾਈ ਤੇ ਉਤਸੁਕਤਾ ਨਾਲ ਕਿਹਾ ਕਿ ਉਹ ਵੀ ਖੇਤਾਂ ਵਿੱਚ ਬੀਜ ਬੀਜਣ ਦਾ ਜਿਹੜਾ ਕੰਮ ਹੈ ਉਹ ਦੇਖਣਾ ਚਾਹੁੰਦਾ ਹੈ, ਉਹ ਬਹੁਤ ਉਤਸੁਕ ਹੈ। ਮਾਮਾ ਜੀ, I am going to plow fields with tractor. You sit with your Nana ji and satisfy your curiosity. ਤੇ ਮਾਮਾ ਜੀ ਕਹਿੰਦੇ ਨੇ ਵੀ ਮੈਂ ਟਰੈਕਟਰ ਨਾਲ ਖੇਤ ਵਾਹੁਣ ਜਾ ਰਿਹਾ। ਪਲੋ ਦਾ ਮਤਲਬ ਵਾਹੁਣ ਜਾ ਰਿਹਾ। ਤੁਸੀਂ ਆਪਣੇ ਨਾਨਾ ਜੀ ਦੇ ਨਾਲ ਬੈਠੋ ਤੇ ਉਹਨਾਂ ਨਾਲ ਗੱਲਬਾਤ ਕਰੋ ਤੇ ਆਪਣੀ ਉਤਸੁਕਤਾ ਨੂੰ ਸੰਤੁਸ਼ਟ ਕਰੋ। ਜੋ ਵੀ ਸਵਾਲ ਹੈਗੇ ਨੇ ਉਹਨਾਂ ਨੂੰ ਪੁੱਛੋ। ਨਾਨਾ ਜੀ, There had been a time when we used to plow the fields with bullock-driven plows. ਤੇ ਨਾਨਾ ਜੀ ਕਹਿੰਦੇ ਨੇ ਕਿ ਇੱਕ ਸਮਾਂ ਸੀ ਬਹੁਤ ਪਹਿਲਾਂ ਜਦੋਂ ਅਸੀਂ ਬਲਦਾਂ ਨਾਲ ਹਲ ਵਾਹੁੰਦੇ ਸਨ। Now, because tractors are being used in fields, bullocks are only used to carry fodder or manure. ਪਰ ਹੁਣ ਤਾਂ ਬਲਦਾਂ ਸਿਰਫ ਚਾਰਾ ਜਾਂ ਖਾਦ ਢੋਣ ਦੇ ਲਈ ਹੀ ਇਸਤੇਮਾਲ ਕੀਤੀਆਂ ਜਾਂਦੀਆਂ ਨੇ ਕਿਉਂਕਿ ਟਰੈਕਟਰ ਇਸਤੇਮਾਲ ਕਰ ਰਹੇ ਨੇ ਲੋਕ ਅੱਜ ਕੱਲ੍ਹ। Earlier bullocks were reared by farmers as their own sons. ਪਹਿਲਾਂ ਬਲਦਾਂ ਨੂੰ ਕਿਸਾਨ ਆਪਣੇ ਪੁੱਤਰਾਂ ਵਾਂਗ ਪਾਲਦੇ ਸਨ, ਜਿਵੇਂ ਆਪਣੇ ਪੁੱਤ ਹੁੰਦੇ ਨੇ। They took good care of them so that strong bulls could help him in fields, but since the tube wells and tractors came into being, agricultural works have changed. ਤੇ ਉਹ ਦੱਸਦੇ ਨੇ ਵੀ ਪਹਿਲਾਂ ਤਾਂ ਬਲਦਾਂ ਦੀ ਵਧੀਆ ਦੇਖਭਾਲ ਹੁੰਦੀ ਸੀ ਤਾਂ ਜੋ ਉਹ ਮਜ਼ਬੂਤ ਰਹਿਣ, ਤਾਕਤਵਰ ਰਹਿਣ ਤੇ ਉਹ ਉਹਨਾਂ ਨੂੰ ਖੇਤਾਂ ਵਿੱਚ ਵਰਤ ਸਕਣ। ਬਟ ਅੱਜ ਕੱਲ੍ਹ ਤਾਂ ਟਿਊਬਵੈਲ ਤੇ ਟਰੈਕਟਰ ਹੋਂਦ ਵਿੱਚ ਆ ਗਏ ਨੇ ਤੇ ਖੇਤੀਬਾੜੀ ਦੇ ਕੰਮਾਂ ਵਿੱਚ ਵੀ ਬਦਲਾਅ ਆ ਗਿਆ ਹੈ। The works which were completed in months are now completed within a few days. ਜੋ ਕੰਮਾਂ ਨੂੰ ਪੂਰਾ ਕਰਨ ਦੇ ਲਈ ਪਹਿਲਾਂ ਮਹੀਨੇ ਲੱਗ ਜਾਂਦੇ ਸਨ, ਬਹੁਤ ਦਿਨ ਲੱਗਦੇ ਸੀ, ਉਹ ਅੱਜ ਕੱਲ੍ਹ ਤਾਂ ਕੁਝ ਹੀ ਦਿਨਾਂ ਵਿੱਚ ਮੁੱਕ ਜਾਂਦੇ ਨੇ। Now the plow is attached with tractor and the field is plowed. ਅੱਜ ਕੱਲ੍ਹ ਹਲ ਨੂੰ ਟਰੈਕਟਰ ਦੇ ਨਾਲ ਜੋੜ ਦਿੱਤਾ ਜਾਂਦਾ ਹੈ ਤੇ ਖੇਤ ਨੂੰ ਵਾਹ ਦਿੱਤਾ ਜਾਂਦਾ ਹੈ। With the help of roller or ਸੁਹਾਗਾ, the soil lumps are broken. ਤੇ ਰੋਲਰ ਜਾਂ ਸੁਹਾਗਾ ਦੀ ਮਦਦ ਦੇ ਨਾਲ ਮਿੱਟੀ ਦੇ ਵੱਡੇ ਵੱਡੇ ਜਿਹੜੇ ਗੜੇ ਹੁੰਦੇ ਨੇ ਉਹਨਾਂ ਨੂੰ ਤੋੜ ਦਿੱਤਾ ਜਾਂਦਾ ਹੈ। With the leveler ਜਾਂ ਫਿਰ ਉਹਨੂੰ ਕਹੀਦਾ ਹੈ ਕਰਾਹਾ, the soil is leveled if required. ਤੇ ਲੈਵਲਰ ਦੇ ਨਾਲ ਜਾਂ ਕਰਾਹਾ ਦੇ ਨਾਲ ਮਿੱਟੀ ਨੂੰ ਪੱਧਰ ਤੇ ਲਿਆਇਆ ਜਾਂਦਾ ਹੈ। And manure is added in the soil. ਤੇ ਨਾਲ ਦੀ ਨਾਲ ਮਿੱਟੀ ਦੇ ਵਿੱਚ ਖਾਦ ਵੀ ਜੋੜ ਦਿੱਤੀ ਜਾਂਦੀ ਹੈ। This is how field is ready for new crop. ਤੇ ਇਸ ਤਰੀਕੇ ਦੇ ਨਾਲ ਜਿਹੜੀ ਖੇਤੀਬਾੜੀ ਦੀ ਜ਼ਮੀਨ ਹੈ ਉਹ ਤਿਆਰ ਹੋ ਜਾਂਦੀ ਹੈ ਨਈ ਫਸਲ ਦੇ ਲਈ। ਅੱਗੇ ਹੈ ਫਰਸਟ ਕੁਐਸਚਨ, how were the fields plowed in earlier times? ਪਹਿਲਾਂ ਦੇ ਸਮੇਂ ਦੇ ਵਿੱਚ ਖੇਤਾਂ ਨੂੰ ਕਿਵੇਂ ਵਾਇਆ ਜਾਂਦਾ ਸੀ? Earlier branches were used to create furrows in the field so that seeds could be sown. ਪਹਿਲਾਂ ਟਾਹਣੀਆਂ ਦੀ ਵਰਤੋਂ ਕੀਤੀ ਜਾਂਦੀ ਸੀ ਖੇਤਾਂ ਨੂੰ ਵਾਹੁਣ ਦੇ ਲਈ ਤਾਂ ਜੋ ਬੀਜ ਬੋਏ ਜਾ ਸਕਣ। ਉਸ ਤੋਂ ਬਾਅਦ sticks also replaced branches at times. ਉਸ ਤੋਂ ਬਾਅਦ ਡੰਡੀਆਂ ਇਸਤੇਮਾਲ ਕੀਤੀਆਂ ਜਾਣ ਲੱਗੀਆਂ, ਲੋਹੇ ਦੀਆਂ ਫਿਰ ਡੰਡੀਆਂ ਇਸਤੇਮਾਲ ਕੀਤੀਆਂ ਜਾਣ ਲੱਗੀਆਂ। Farm animals like horse, ox and mules were also used for the same.
ਤੇ ਖੇਤਾਂ ਵਿੱਚ ਮੌਜੂਦ ਜਿਹੜੇ ਜਾਨਵਰ ਹੁੰਦੇ ਨੇ ਜਿਵੇਂ ਘੋੜਾ ਹੋ ਗਿਆ, ਬਲਦ ਹੋ ਗਿਆ, ਖੱਚਰ, ਇਹਨਾਂ ਦੀ ਵੀ ਵਰਤੋਂ ਕੀਤੀ ਜਾਂਦੀ ਸੀ ਖੇਤ ਨੂੰ ਵਾਹਣ ਦੇ ਲਈ। Second question, how are the fields prepared for sowing nowadays? ਖੇਤਾਂ ਨੂੰ ਅੱਜ ਕੱਲ੍ਹ ਬਿਜਾਈ ਲਈ ਕਿਵੇਂ ਤਿਆਰ ਕੀਤਾ ਜਾਂਦਾ ਹੈ? Tractor is used in the fields nowadays. ਅੱਜ ਕੱਲ੍ਹ ਖੇਤਾਂ ਵਿੱਚ ਟਰੈਕਟਰ ਦੀ ਵਰਤੋਂ ਕੀਤੀ ਜਾਂਦੀ ਹੈ। To break the lumps of soil, ਸੁਹਾਗਾ is used. ਮਿੱਟੀ ਦੇ ਮੋٹے-ਮੋٹے ਗੜੇ ਤੋੜਨ ਦੇ ਲਈ ਸੁਹਾਗੇ ਦਾ ਇਸਤੇਮਾਲ ਕੀਤਾ ਜਾਂਦਾ ਹੈ। And in order to level the soil, leveler is used. ਤੇ ਮਿੱਟੀ ਨੂੰ ਪੱਧਰ ਤੇ ਲਿਆਉਣ ਦੇ ਲਈ leveler ਦਾ ਇਸਤੇਮਾਲ ਕੀਤਾ ਜਾਂਦਾ ਹੈ। Field is divided into kiaras and manure is mixed with soil. ਖੇਤ ਨੂੰ ਛੋਟੇ-ਛੋਟੇ ਹਿੱਸਿਆਂ ਵਿੱਚ ਵੰਡ ਦਿੱਤਾ ਜਾਂਦਾ ਹੈ ਜਿਨ੍ਹਾਂ ਨੂੰ ਆਪਾਂ ਕਿਆਰਾ ਕਹੀਦਾ ਹੈ ਤੇ ਉਸ ਦੇ ਵਿੱਚ ਖਾਦ ਵੀ ਮਿਲਾ ਦਿੱਤੀ ਜਾਂਦੀ ਹੈ। ਅੱਗੇ ਮਨੀ ਕਹਿੰਦਾ ਹੈ, ਨਾਨਾ ਜੀ, why are the workers filling the compartments kiaras with so much water? ਤੇ ਮਨੀ ਅੱਗੇ ਪੁੱਛਦਾ ਹੈ ਨਾਨਾ ਜੀ ਨੂੰ ਵੀ ਇਹ ਜਿਹੜੇ ਮਜ਼ਦੂਰ ਹੈਗੇ ਨੇ ਇਹ ਕਿਆਰਿਆਂ ਨੂੰ ਇੰਨਾ ਪਾਣੀ ਕਿਉਂ ਭਰ ਰਹੇ ਨੇ? ਨਾਨਾ ਜੀ, your mama ji is preparing field to sow paddy crop. ਤੇ ਨਾਨਾ ਜੀ ਦੱਸਦੇ ਨੇ ਵੀ ਤੁਹਾਡੇ ਮਾਮਾ ਜੀ ਝੋਨੇ ਦੀ ਫਸਲ ਬੀਜਣ ਦੇ ਲਈ ਖੇਤ ਤਿਆਰ ਕਰ ਰਹੇ ਨੇ। The field should have enough water standing in it to sow the paddy crop. ਝੋਨੇ ਦੀ ਫਸਲ ਬੀਜਣ ਦੇ ਲਈ ਖੇਤ ਵਿੱਚ ਕਾਫੀ ਜ਼ਿਆਦਾ ਮਾਤਰਾ ਦੇ ਵਿੱਚ ਖੜਾ ਪਾਣੀ ਹੋਣਾ ਚਾਹੀਦਾ ਹੈ। First the seeds are sown to get saplings. ਪਹਿਲਾਂ ਬੀਜ ਬੋਏ ਜਾਂਦੇ ਨੇ ਤਾਂ ਜੋ ਛੋਟੇ-ਛੋਟੇ ਬੂਟੇ ਉਗਾਏ ਜਾ ਸਕਣ। The saplings are then planted into water filled with compartments of the field at equal distance. ਤੇ ਉਸ ਤੋਂ ਬਾਅਦ ਇਹ ਜਿਹੜੇ ਬੂਟੇ ਹੈਗੇ ਨੇ ਖੇਤਾਂ ਵਿੱਚ ਜਿੱਥੇ ਖੜਾ ਪਾਣੀ ਹੁੰਦਾ ਉੱਥੇ ਲਗਾਏ ਜਾਂਦੇ ਨੇ ਬਰਾਬਰ ਦੂਰੀ ਤੇ। But seeds of wheat are directly sown with the help of seed drill. ਪਰ ਜੇ ਮੈਂ ਕਣਕ ਦੇ ਬੀਜ ਦੀ ਗੱਲ ਕਰਾਂ ਉਹ ਸਿੱਧੇ ਹੀ ਮਿੱਟੀ ਵਿੱਚ ਪਾ ਦਿੱਤੇ ਜਾਂਦੇ ਨੇ। Wheat crop does not require excess water. ਤੇ ਕਣਕ ਦੀ ਫਸਲ ਨੂੰ ਜ਼ਿਆਦਾ ਪਾਣੀ ਦੀ ਲੋੜ ਵੀ ਨਹੀਂ ਹੁੰਦੀ ਹੈ। Earlier, when wells were the only source of irrigation, the crops like paddy were not sown. ਪਹਿਲਾਂ ਜਦੋਂ ਸਿਰਫ ਖੂਹਾਂ ਰਾਹੀਂ ਹੀ ਸਿੰਚਾਈ ਹੁੰਦੀ ਸੀ, ਖੇਤਾਂ ਤੱਕ ਪਾਣੀ ਪਹੁੰਚਦਾ ਸੀ, ਉਦੋਂ ਤਾਂ ਆਪਾਂ ਝੋਨੇ ਦੀ ਫਸਲ ਲਾਉਂਦੇ ਹੀ ਨਹੀਂ ਸੀ। Only the crops like ਜਵਾਰ, ਬਾਜਰਾ, maize, etc. were sown. ਉਦੋਂ ਤਾਂ ਸਿਰਫ ਆਪਾਂ ਮੱਕੀ ਹੋ ਗਈ, ਜਵਾਰ ਹੋ ਗਿਆ, ਬਾਜਰਾ ਹੋ ਗਿਆ, ਅਜਿਹੀ ਫਸਲਾਂ ਹੀ ਉਗਾਉਂਦੇ ਸਨ। As these crops do not require much water, ਕਿਉਂਕਿ ਇਹਨਾਂ ਫਸਲਾਂ ਨੂੰ ਜ਼ਿਆਦਾ ਪਾਣੀ ਦੀ ਲੋੜ ਨਹੀਂ ਹੁੰਦੀ। ਆ ਦੇਖੋ, ਤੁਸੀਂ ਦੇਖੋਗੇ ਪੈਡੀ ਪਲਾਂਟਿੰਗ, ਲੋਕ ਝੋਨੇ ਦੀ ਫਸਲ ਲਾ ਰਹੇ ਨੇ, ਹੈ ਕਿ ਨਹੀਂ? ਅੱਗੇ ਹੈ ਬੱਚਿਓ ਥਰਡ ਕੁਐਸਚਨ, name the other crops which are sown by transplantation. ਕੁਝ ਹੋਰ ਫਸਲਾਂ ਦੇ ਨਾਂ ਦੱਸੋ ਜੋ ਜਿਵੇਂ ਆਪਾਂ ਝੋਨੇ ਦੀ ਫਸਲ ਬਾਰੇ ਪੜ੍ਹਿਆ ਉਂਝ ਲੱਗਦੇ ਨੇ, ਜਿਹਨੂੰ ਆਪਾਂ ਟ੍ਰਾਂਸਪਲਾਂਟੇਸ਼ਨ ਕਹੀਦਾ। ਟੋਮੈਟੋ, ਟਮਾਟਰ, ਪੈਡੀ ਝੋਨਾ, ਬਰਿੰਜਲ, ਬੈਂਗਣ are example of crops grown by transplantation. ਇਹ ਫਸਲਾਂ ਉਗਾਈਆਂ ਜਾਂਦੀਆਂ ਨੇ। Transplantation includes moving the crop from one location to another. ਹੁਣ ਟ੍ਰਾਂਸਪਲਾਂਟੇਸ਼ਨ ਦੇ ਵਿੱਚ ਹੁੰਦਾ ਕੀ ਹੈ, ਪਹਿਲਾਂ ਬੀਜ ਬੋ ਕੇ ਕਿਤੇ ਉਗਾਈ ਜਾਂਦੀ ਹੈ ਫਸਲ, ਉਸ ਤੋਂ ਬਾਅਦ ਉਹਦੇ ਛੋਟੇ-ਛੋਟੇ ਬੂਟੇ ਜਿਵੇਂ ਆ ਤੁਸੀਂ ਦੇਖ ਰਹੇ ਹੋ ਇਹ ਖੇਤਾਂ ਵਿੱਚ ਲਾ ਦਿੱਤੇ ਜਾਂਦੇ ਨੇ। ਠੀਕ ਹੈ ਬੱਚਿਓ, ਅੱਗੇ ਚੱਲਦੇ ਹਾਂ ਫੋਰਥ ਕੁਐਸਚਨ, write down the names of 5 crops which are sown directly with seeds. 5 ਫਸਲਾਂ ਦੇ ਨਾਂ ਲਿਖੋ ਜੋ ਸਿੱਧੇ ਆਪਾਂ ਬੀਜ ਦੇ ਨਾਲ ਹੀ ਬੋ ਦਿੰਦੇ ਆ ਜਾਂ ਲਗਾ ਦਿੰਦੇ ਆ ਖੇਤਾਂ ਵਿੱਚ। Crops which are sown directly with seeds include, ਜਿਹੜੀ ਫਸਲਾਂ ਆਪਾਂ ਸਿੱਧੇ ਬੀਜ ਬੋ ਕੇ ਲਗਾ ਦਿੰਦੇ ਆ, wheat, ਕਣਕ, spinach, ਪਾਲਕ, carrot, ਗਾਜਰ, peas, ਮਟਰ, radish, ਮੂਲੀ, sunflower, ਸੂਰਜਮੁਖੀ, beans, cucumber, खीरा and melon, तरबूज। Fifth question है, write down the name of a crop which requires excessive water to grow.
ਉਸ ਫਸਲ ਦਾ ਨਾਂ ਲਿਖੋ ਜਿਸ ਨੂੰ ਉਗਾਉਣ ਦੇ ਲਈ ਬਹੁਤ ਜ਼ਿਆਦਾ ਪਾਣੀ ਦੀ ਲੋੜ ਹੁੰਦੀ ਹੈ। ਪੈਡੀ ਜਾਂ ਰਾਈਸ is the crop that requires water in excess to grow। ਝੋਨੇ ਦੀ ਫਸਲ ਨੂੰ ਸਭ ਤੋਂ ਜ਼ਿਆਦਾ ਪਾਣੀ ਦੀ ਲੋੜ ਹੁੰਦੀ ਹੈ। ਮਨੀ, ਨਾਨਾ ਜੀ is the crop ready after sowing? ਤੇ ਮਨੀ ਪੁੱਛਦਾ ਹੈ ਵੀ ਨਾਨਾ ਜੀ ਬਿਜਾਈ ਤੋਂ ਬਾਅਦ ਕੀ ਫਸਲ ਤਿਆਰ ਹੋ ਜਾਂਦੀ ਹੈ? ਨਾਨਾ ਜੀ, no son, not so soon। ਤੇ ਨਾਨਾ ਜੀ ਦੱਸਦੇ ਨੇ ਵੀ ਨਹੀਂ ਪੁੱਤਰ ਐਨੀ ਛੇਤੀ ਕਿਵੇਂ? After sowing the crop, it is irrigated from time to time because the plants need water to grow। ਤੇ ਉਹ ਦੱਸਦੇ ਨੇ ਫਸਲਾਂ ਦੀ ਬਿਜਾਈ ਤੋਂ ਬਾਅਦ ਸਮੇਂ-ਸਮੇਂ ਤੇ ਸਿੰਚਾਈ ਕੀਤੀ ਜਾਂਦੀ ਹੈ ਕਿਉਂਕਿ ਪੌਦਿਆਂ ਨੂੰ ਵਧਣ ਦੇ ਲਈ ਪਾਣੀ ਦੀ ਲੋੜ ਹੁੰਦੀ ਹੈ। Look at the tubewell। ਆ ਦੇਖੋ ਤੁਸੀਂ ਟਿਊਬਵੈਲ ਵੱਲ। Water is rushing out and flowing into the fields। ਇੱਥੋਂ ਟਿਊਬਵੈਲ ਵੱਲ ਦੇਖੋਗੇ ਤਾਂ ਪਾਣੀ ਤੇਜ਼ੀ ਨਾਲ ਬਾਹਰ ਨਿਕਲ ਰਿਹਾ ਤੇ ਖੇਤਾਂ ਵੱਲ ਵਹਿ ਰਿਹਾ ਦੇਖੋ। See, there is one more well। ਇੱਕ ਹੋਰ ਖੂਹ ਹੈਗਾ ਇੱਥੇ which has now dried up, ਜੋ ਸੁੱਕ ਚੁੱਕਾ ਹੈ। There had been a time when this well irrigated the fields। ਕੋਈ ਸਮਾਂ ਸੀ ਜਦੋਂ ਇਹ ਖੂਹ ਖੇਤਾਂ ਨੂੰ ਸਿੰਚਦਾ ਸੀ, ਹੁਣ ਇਹ ਸੁੱਕ ਗਿਆ ਤੇ ਪਾਣੀ ਖੂਹ ਵਿੱਚੋਂ ਆਪਾਂ ਇਹ ਗੋਲ ਚੱਕਰ ਨੂੰ ਘੁਮਾ ਕੇ ਕੱਢਦੇ ਹਾਂ ਜਿਹਨੂੰ ਆਪਾਂ ਪਰਸ਼ੀਅਨ ਵੀਲ ਕਹਿੰਦੇ ਸਨ। ਠੀਕ ਹੈ ਬੱਚਿਓ। ਅੱਗੇ ਹੈ ਮਨੀ, ਨਾਨਾ ਜੀ where has its water gone? ਇਸ ਦਾ ਪਾਣੀ ਕਿੱਥੇ ਗਿਆ? ਨਾਨਾ ਜੀ, underground water level is decreasing day by day। ਬੇਟਾ ਧਰਤੀ ਹੇਠਲਾ ਪਾਣੀ ਜੋ ਹੈ ਉਹਦਾ ਪੱਧਰ ਦਿਨ ਬ ਦਿਨ ਘਟਦਾ ਜਾ ਰਿਹਾ। So it has dried up। ਇਸ ਕਰਕੇ ਇਹ ਸੁੱਕ ਗਿਆ ਹੈ। Your mama ji has to dig tube well bore deeper and deeper every year। ਤੁਹਾਡੇ ਮਾਮਾ ਜੀ ਹਰ ਸਾਲ ਉਹਨਾਂ ਨੂੰ ਹੋਰ ਡੂੰਘਾ ਟਿਊਬਵੈਲ ਦੇ ਵਿੱਚ ਬੋਰ ਸੁੱਟਣਾ ਪੈਂਦਾ ਹੈ ਕਿਉਂਕਿ ਪਾਣੀ ਬਹੁਤ ਥੱਲੇ ਜਾ ਚੁੱਕਿਆ ਹੈ। It is very expensive and time consuming task। ਤੇ ਇੰਨੀ ਡੂੰਘਾਈ ਤੱਕ ਜਾਣਾ ਬਹੁਤ ਮਿਹਨਤ ਦਾ ਕੰਮ ਹੈ ਤੇ ਬਹੁਤ ਸਮਾਂ ਵੀ ਲੈਂਦਾ ਹੈ। This year we had to dig a deeper bore at home too for supplying water to the overhead tank। ਤੇ ਤੁਹਾਨੂੰ ਪਤਾ ਹੈ ਸਾਡੇ ਘਰ ਵਿੱਚ ਵੀ ਉੱਤੇ ਟੈਂਕ ਹੈਗੇ ਨੇ, ਉਹਨਾਂ ਤੱਕ ਪਾਣੀ ਪਹੁੰਚ ਸਕੇ ਤਾਂ ਜੋ ਅਸੀਂ ਦਿਨ ਭਰ ਯੂਜ਼ ਕਰ ਸਕੀਏ ਉਹ ਪਾਣੀ। ਇਸ ਕਰਕੇ ਘਰੇ ਵੀ ਜਿਹੜਾ ਟਿਊਬਵੈਲ ਲਵਾਇਆ ਮਾਮਾ ਜੀ ਨੇ ਉਹ ਬਹੁਤ ਡੂੰਘਾ ਸਾਨੂੰ ਖੋਦਣਾ ਪਿਆ ਤੇ ਫਿਰ ਪਾਣੀ ਉੱਥੋਂ ਉੱਤੇ ਜਾਂਦਾ ਹੈ। ਅੱਗੇ ਹੈ 6th ਕੁਐਸਚਨ, why are crops irrigated? ਫਸਲਾਂ ਨੂੰ ਸਿੰਚਾਈ ਦੀ ਲੋੜ ਕਿਉਂ ਪੈਂਦੀ ਹੈ? Crops need water to grow। ਫਸਲਾਂ ਨੂੰ ਵਧਣ ਦੇ ਲਈ ਪਾਣੀ ਦੀ ਲੋੜ ਹੁੰਦੀ ਹੈ। Therefore, different sources are used to irrigate the fields to fulfill the needs of plants। ਇਸ ਕਰਕੇ ਪੌਦਿਆਂ ਦੀ ਲੋੜ ਨੂੰ ਪੂਰਾ ਕਰਨ ਦੇ ਲਈ ਅਸੀਂ ਵੱਖੋ-ਵੱਖ ਸਿੰਚਾਈ ਦੇ ਸਾਧਨਾਂ ਦਾ ਇਸਤੇਮਾਲ ਕਰਦੇ ਹਾਂ। 7th question ਹੈ, there are other means of irrigation also। ਸਿੰਚਾਈ ਦੇ ਵੱਖ-ਵੱਖ ਹੋਰ ਢੰਗ ਵੀ ਹੈਗੇ ਨੇ। Find them out with the help of your teacher and write। ਆਪਣੇ ਅਧਿਆਪਕ ਦੇ ਨਾਲ ਇਹਨਾਂ ਨੂੰ ਲੱਭੋ ਤੇ ਇੱਥੇ ਲਿਖੋ। Different types of irrigation include, ਦੇਖੋ ਸਿੰਚਾਈ ਹੋਰ ਕਿਵੇਂ ਕੀਤੀ ਜਾ ਸਕਦੀ ਹੈ, ਵੱਖ-ਵੱਖ ਤਰੀਕੇ ਹੈਗੇ ਨੇ ਜਿਵੇਂ ਸਪ੍ਰਿੰਕਲਿੰਗ, ਸਰਫੇਸ ਇਰੀਗੇਸ਼ਨ। ਹੁਣ ਸਪ੍ਰਿੰਕਲਿੰਗ ਦੇ ਵਿੱਚ ਕੀ ਹੁੰਦਾ ਬੱਚਿਓ ਮੈਂ ਦੱਸਦੀ ਹਾਂ। ਆ ਦੇਖੋ ਇੱਕ ਛੋਟਾ ਜਿਹਾ ਫੁਵਾਰਾ ਮਾਰ ਕੇ ਵੱਖ-ਵੱਖ ਥਾਂ ਤੇ ਫੁਵਾਰੇ ਲਗਾਏ ਜਾਂਦੇ ਨੇ ਤੇ ਇੰਜ ਕਰਕੇ ਪਾਣੀ ਛੱਡਿਆ ਜਾਂਦਾ ਹੈ। ਸਰਫੇਸ ਇਰੀਗੇਸ਼ਨ ਦੇ ਵਿੱਚ ਇੱਕ ਇੰਜ ਕਰਕੇ ਪਾਈਪ ਲਾਈ ਹੁੰਦੀ ਹੈ, ਜਿਵੇਂ ਆ ਮੰਨ ਲਓ ਪੂਰਾ ਦਾ ਪੂਰਾ ਤੁਹਾਡਾ ਖੇਤ ਹੈਗਾ ਤੇ ਇੱਥੋਂ ਪਾਣੀ ਇੰਜ ਕਰਕੇ ਛੱਡਿਆ ਜਾਂਦਾ ਹੈ ਪਾਈਪਾਂ ਰਾਹੀਂ। ਠੀਕ ਹੈ ਬੱਚਿਓ। ਮਾਈਕਰੋ ਇਰੀਗੇਸ਼ਨ ਦੇ ਵਿੱਚ ਇਹਨਾਂ ਦੋਵਾਂ ਨੂੰ ਜੋੜ ਕੇ ਥੋੜੇ-ਥੋੜੇ ਫੁਵਾਰੇ ਮਾਰੇ ਜਾਂਦੇ ਨੇ ਇੱਧਰ-ਇੱਧਰ ਕਰਕੇ। ਡ੍ਰਿਪ ਇਰੀਗੇਸ਼ਨ ਦੇ ਵਿੱਚ ਕੀ ਹੁੰਦਾ, ਇੰਜ ਕਰਕੇ ਲੜੀਆਂ ਛੱਡ ਦਿੱਤੀਆਂ ਜਾਂਦੀਆਂ ਨੇ ਪੂਰੇ ਖੇਤ ਦੇ ਵਿੱਚ ਤੇ ਬਹੁਤ ਥੋੜਾ-ਥੋੜਾ ਪਾਣੀ ਕਰਕੇ ਛੱਡਿਆ ਜਾਂਦਾ ਹੈ। ਸ਼ਾਰਿੰਗ ਦੇ ਵਿੱਚ ਕੀ ਹੁੰਦਾ, ਇੰਜ ਕਰਕੇ ਫੁਵਾਰਾ ਚਲਾ ਦਿੱਤਾ ਜਾਂਦਾ ਹੈ ਤੇ ਪੂਰੇ ਖੇਤ ਨੂੰ ਘੁੰਮਦਾ-ਘੁੰਮਦਾ ਪਾਣੀ ਦੇ ਦਿੰਦਾ ਹੈ। ਫਿਰ ਨਾਲ ਦੀ ਨਾਲ ਆਪਾਂ ਕੈਨਾਲਸ ਦੀ ਵੀ ਵਰਤੋਂ ਕਰਦੇ ਹਾਂ, ਨਹਿਰਾਂ ਦੀ ਤੇ ਬਾਰਿਸ਼ ਦੀ ਵੀ। ਰੇਨ। ਅੱਗੇ ਹੈ 8th question, pictures of some agricultural tools are given below with their names। ਹੇਠਾਂ ਕੁਝ ਖੇਤੀਬਾੜੀ ਵਿੱਚ ਵਰਤੇ ਜਾਣ ਵਾਲੇ
ਚੀਜ਼ਾਂ ਦੇ ਨਾਂ ਦਿੱਤੇ ਹੋਏ ਨੇ ਤੇ ਉਹਨਾਂ ਦੀ ਤਸਵੀਰਾਂ। Each tool is used for some agricultural work। ਇਹ ਕਿਸੇ ਨਾ ਕਿਸੇ ਕੰਮ ਦੇ ਲਈ ਇਸਤੇਮਾਲ ਕੀਤਾ ਜਾਂਦਾ ਹੈ ਖੇਤੀਬਾੜੀ ਦੇ ਵਿੱਚ। Write about it। ਤੇ ਇਸ ਬਾਰੇ ਤੁਸੀਂ ਲਿਖਣਾ ਹੈ, ਜਾਣਕਾਰੀ ਦੇਣੀ ਹੈ। ਹੁਣ ਕਿਹੜੀ ਕਿਹੜੀ ਚੀਜ਼ਾਂ ਹੈਗੀਆਂ? ਇੱਕ ਤਾਂ ਹੈਗਾ ਟਰੈਕਟਰ, ਪਲੋ ਜਿਹਨੂੰ ਆਪਾਂ ਹਲ ਵਾਹਣ ਦੇ ਲਈ ਇਸਤੇਮਾਲ ਕਰਦੇ ਹਾਂ, ਦੇਖੋ ਟਰੈਕਟਰ ਦੇ ਪਿੱਛੇ ਲੱਗਿਆ ਹੋਇਆ। ਉਸ ਤੋਂ ਬਾਅਦ ਇਹ ਆ ਗਈ ਸੀਡ ਡਰਿਲ, ਜਿਹਦੇ ਨਾਲ ਆਪਾਂ ਬੀਜ ਬੋਂਦੇ ਹੈਗੇ ਆ। ਤੇ ਇਹ ਆ ਗਿਆ ਲੈਵਲਰ, ਜਿਹਦੇ ਨਾਲ ਪੱਧਰ ਜਿਹੜਾ ਹੈ ਉਹ ਬਰਾਬਰ ਕੀਤਾ ਜਾਂਦਾ ਹੈ ਸਰਫੇਸ ਤੇ। ਆਓ ਇਹਨਾਂ ਬਾਰੇ ਲਿਖ ਲਈਏ। ਟਰੈਕਟਰ used for plowing, spraying fertilizers, clearing the land and tilling। ਟਰੈਕਟਰ ਦੀ ਵਰਤੋਂ ਵਾਹਣ ਦੇ ਲਈ, ਖੇਤ ਨੂੰ ਛਿੜਕਾਵ ਕਰਨ ਦੇ ਲਈ, ਜ਼ਮੀਨ ਨੂੰ ਸਾਫ਼ ਕਰਨ ਦੇ ਲਈ ਤੇ ਵਾਹੀ ਕਰਨ ਦੇ ਲਈ ਵਰਤਿਆ ਜਾਂਦਾ ਹੈ। Plow, it is a tool used before sowing of seeds to loosen the soil। ਇਹ ਇੱਕ ਤਰੀਕੇ ਦਾ ਹਲ ਹੁੰਦਾ ਜਿਹਨੂੰ ਆਪਾਂ ਪੰਜਾਬੀ 'ਚ ਹਲ ਕਹੀਦਾ, ਤੇ ਇਹ ਜ਼ਮੀਨ ਨੂੰ ਤਿਆਰ ਕਰਨ ਦੇ ਲਈ, ਢਿੱਲਾ ਕਰਨ ਦੇ ਲਈ, ਤਾਂ ਜੋ ਬੀਜ ਬੋਏ ਜਾ ਸਕਣ, ਵਰਤਿਆ ਜਾਂਦਾ ਹੈ। It is used to loosen the uppermost soil and get fresh nutrients on top। ਇਸ ਦੀ ਵਰਤੋਂ ਉੱਪਰਲੀ ਮਿੱਟੀ ਨੂੰ ਢੀਲਾ ਕਰਨ ਦੇ ਲਈ ਵਰਤਿਆ ਜਾਂਦਾ ਹੈ ਤੇ ਨਾਲ ਦੀ ਨਾਲ ਇਹ ਕੀ ਕਰਦਾ, ਜਿਹੜੇ ਪਦਾਰਥ ਹੁੰਦੇ ਨੇ ਜ਼ਰੂਰੀ ਫਸਲਾਂ ਦੇ ਲਈ, ਇਹ ਉਹਨਾਂ ਨੂੰ ਜ਼ਮੀਨ ਦੇ ਰਾਹੀਂ ਵਾਪਸ ਉੱਤੇ ਵਾਲੀ ਪਰਤ ਤੇ ਲਿਆਉਣ 'ਚ ਮਦਦ ਕਰਦਾ ਹੈ। ਸੁਹਾਗਾ, ਰੋਲਰ, it is used mainly in wheat and paddy crops। ਇਹ ਜ਼ਿਆਦਾਤਰ ਕਣਕ ਤੇ ਝੋਨੇ ਦੀ ਫਸਲ ਦੇ ਵਿੱਚ ਵਰਤਿਆ ਜਾਂਦਾ ਹੈ। It helps break lumps of soil। ਇਹ ਮਿੱਟੀ ਦੇ ਮੋٹے ਜਿਹੜੇ ਡਲੇ ਹੁੰਦੇ ਆ ਉਹਨਾਂ ਨੂੰ ਤੋੜਨ ਵਿੱਚ ਮਦਦ ਕਰਦਾ ਹੈ। It helps prepare the field for irrigation and uniform distribution of water। ਤੇ ਇਹ ਖੇਤਾਂ ਨੂੰ ਤਿਆਰ ਕਰਦਾ ਹੈ ਕਿ ਜਦ ਵੀ ਸਿੰਚਾਈ ਹੋਏ ਤਾਂ ਬਰਾਬਰ ਮਾਤਰਾ ਦੇ ਵਿੱਚ ਪਾਣੀ ਜਿਹੜਾ ਹੈ ਪੂਰੇ ਖੇਤ ਦੇ ਵਿੱਚ ਪਹੁੰਚ ਸਕੇ। Leveler, it is used to level and set the land before sowing। ਬੀਜ ਬੋਣ ਤੋਂ ਪਹਿਲਾਂ ਧਰਤੀ ਨੂੰ, ਉਸਦੇ ਪੱਧਰ ਨੂੰ ਬਰਾਬਰ ਕਰਨਾ ਜ਼ਰੂਰੀ ਹੁੰਦਾ ਹੈ ਤੇ ਲੈਵਲਰ ਉਸੇ ਲਈ ਇਸਤੇਮਾਲ ਕੀਤਾ ਜਾਂਦਾ ਹੈ। It makes sure that microorganisms, birds and other agents don't displace the soil। ਤੇ ਇਹ ਪੱਕਾ ਕਰਦਾ ਹੈ ਕਿ ਜਿਹੜੇ ਛੋਟੇ ਛੋਟੇ ਕੀੜੇ ਹੁੰਦੇ ਨੇ, ਬਰਡਸ ਹੋ ਗਏ, ਪੰਛੀ ਹੋ ਗਏ ਜਾਂ ਹੋਰ ਕੋਈ ਚੀਜ਼ ਆਸਾਨੀ ਦੇ ਨਾਲ ਮਿੱਟੀ ਨੂੰ ਨਾ ਹਿਲਾ ਸਕੇ। ਅੱਗੇ ਹੈ ਸੀਡ ਡਰਿਲ। It is a device that is used to sow seeds to a certain depth by drilling। ਸੀਡ ਡਰਿਲ ਇੱਕ ਅਜਿਹਾ ਯੰਤਰ ਹੈ ਜਿਸ ਦੇ ਨਾਲ ਆਪਾਂ ਸੀਡਸ ਨੂੰ, ਬੀਜ ਨੂੰ ਇੱਕ ਖਾਸ ਡੂੰਘਾਈ ਤੇ ਪਹੁੰਚਾ ਸਕਦੇ ਹਾਂ। It is used to position the seeds and distribute them evenly throughout the fields। ਤੇ ਇਹ ਬੀਜਾਂ ਨੂੰ ਇੱਕ ਖਾਸ ਡੂੰਘਾਈ ਤੇ ਵੀ ਪਹੁੰਚਾਉਂਦਾ ਹੈ ਤੇ ਸਾਰੇ ਖੇਤ ਦੇ ਵਿੱਚ ਬਰਾਬਰ ਦੂਰੀ ਤੇ ਵੀ ਪਾਉਂਦਾ ਹੈ। It not only ensures the seed reach a certain depth but also cover the seed by soil। ਨਾ ਤਾਂ ਸਿਰਫ ਇਹ ਬੀਜ ਨੂੰ ਡੂੰਘਾ ਕਰਕੇ ਪਾ ਦਿੰਦਾ ਧਰਤੀ ਦੇ ਅੰਦਰ, ਸਗੋਂ ਇਸ ਦੇ ਉੱਤੇ ਇੱਕ ਮਿੱਟੀ ਦੀ ਪਰਤ ਵੀ ਵਿਛਾ ਦਿੰਦਾ ਹੈ। ਠੀਕ ਹੈ ਬੱਚਿਓ। Mani was still talking to his Nana ji when his Mama ji came back to relax for a while। ਮਨੀ ਅਜੇ ਵੀ ਆਪਣੇ ਨਾਨਾ ਜੀ ਦੇ ਨਾਲ ਗੱਲਾਂ ਕਰ ਰਿਹਾ ਸੀ ਜਦੋਂ ਉਸਦੇ ਮਾਮਾ ਜੀ ਕੁਝ ਦੇਰ ਆਰਾਮ ਕਰਨ ਲਈ ਵਾਪਸ ਆਏ। He drank water from the tube well, washed his face and asked Mani, "Are you now satisfied with the knowledge about agriculture?" ਤੇ ਉਹਨਾਂ ਨੇ ਆ ਕੇ ਟਿਊਬਵੈਲ ਤੋਂ ਪਾਣੀ ਪੀਤਾ, ਮੂੰਹ ਧੋਤਾ ਤੇ ਮਨੀ ਨੂੰ ਪੁੱਛਿਆ ਕਿ ਹੁਣ ਤੁਹਾਡੀ ਖੇਤੀਬਾੜੀ ਦੇ ਬਾਰੇ ਜਾਣਕਾਰੀ ਲੈ ਕੇ ਸੰਤੁਸ਼ਟੀ ਹੋ ਗਈ ਜਾਂ ਨਹੀਂ। Nana ji, okay my son, now both of you carry on the discussion। I will rest for some time। ਤੇ ਇਹਨੇ ਨੂੰ ਨਾਨਾ ਜੀ ਨੇ ਕਿਹਾ ਵੀ ਠੀਕ ਹੈ ਪੁੱਤਰਾ, ਹੁਣ ਤੁਸੀਂ ਦੋਵੇਂ ਚਰਚਾ ਕਰੋ, ਇਹ ਜਾਰੀ ਰੱਖੋ ਗੱਲਬਾਤ ਤੇ ਮੈਂ ਥੋੜੀ ਦੇਰ ਹੁਣ ਆਰਾਮ ਕਰਾਂਗਾ। Mani, Mama ji, what is that man doing in the other fields with a bag on his back and a gun-like thing in his hand? ਤੇ ਮਨੀ ਪੁੱਛਦਾ ਹੈ ਵੀ ਮਾਮਾ ਜੀ, ਇਹ ਦੂਜੇ ਖੇਤਾਂ ਵਿੱਚ ਆਦਮੀ ਕੀ ਕੰਮ ਕਰ ਰਿਹਾ? ਮੋਢੇ ਤੇ ਨੇ ਬੈਗ ਟੰਗਿਆ ਹੋਇਆ, ਪਿੱਠ ਤੇ ਬੈਗ ਲਾਇਆ ਹੋਇਆ ਤੇ ਦੂਸਰੇ ਹੱਥ ਦੇ ਵਿੱਚ ਇਹਨੇ ਇੱਕ ਬੰਦੂਕ ਵਰਗੀ ਚੀਜ਼ ਫੜੀ ਹੋਈ ਹੈ। ਮਾਮਾ ਜੀ,
he is spraying an insecticide on the crop. ਤੇ ਮਾਮਾ ਜੀ ਕਹਿੰਦੇ ਨੇ ਵੀ ਉਹ ਫਸਲਾਂ ਤੇ ਕੀਟਨਾਸ਼ਕ ਛਿੜਕਾਅ ਕਰ ਰਿਹਾ ਹੈ. It will kill the insects which attack the growing crops. ਤੇ ਇਹ ਛੋਟੇ ਛੋਟੇ ਕੀੜਿਆਂ ਨੂੰ ਮਾਰ ਦੇਵੇਗਾ ਜੋ ਵੱਧਦੀ ਫਸਲ ਨੂੰ ਖਰਾਬ ਕਰਦੇ ਨੇ. Some other plants like grass, bathu, julai, gulicita, etc. also grow along with crops which are called weeds. अपने खास ਜਿਹੜੀ crop ਹੁੰਦੀ ਹੈ ਫਸਲ ਦੇ ਨਾਲ ਕੁਝ ਹੋਰ ਘਾਹ ਵੀ ਉੱਗ ਜਾਂਦਾ ਹੈ ਜਿਵੇਂ ਘਾਹ ਹੋ ਗਿਆ, ਪਾਥੂ ਹੋ ਗਿਆ, ਚੁਲਾਈ ਹੋ ਗਿਆ ਤੇ ਗੁਲੀ ਸਿੱਤਾ ਹੋ ਗਿਆ. ਇਹਨੂੰ ਆਪਾਂ weeds ਕਹੀਦਾ. So weedicides are also sprayed to remove them. ਤੇ ਇਹਨਾਂ ਨੂੰ ਮਾਰਨ ਦੇ ਲਈ ਆਪਾਂ weedicide ਦਾ ਛਿੜਕਾਅ ਵੀ ਕਰਦੇ ਹਾਂ. ਅੱਗੇ ਉਹ ਦੱਸਦੇ ਨੇ to replenish the minerals of the soil, some fertilizers are also added to soil after irrigation. ਤੇ ਇਹਨਾਂ ਦੇ ਬਾਵਜੂਦ ਵੀ ਸਾਨੂੰ ਹੋਰ ਚੀਜ਼ਾਂ ਦਾ ਇਸਤੇਮਾਲ ਕਰਨਾ ਚਾਹੀਦਾ ਹੈ ਜਿਵੇਂ ਕਿ ਸਿੰਚਾਈ ਤੋਂ ਬਾਅਦ ਆਪਾਂ ਮਿੱਟੀ ਦੇ ਵਿੱਚ ਜਿਹੜੇ ਜ਼ਰੂਰੀ ਨਿਊਟ੍ਰੀਐਂਟਸ ਹੁੰਦੇ, ਮਿਨਰਲਸ ਹੁੰਦੇ ਜਾਂ ਫਿਰ ਆਪਾਂ ਕਹਿ ਸਕਦੇ ਹਾਂ ਜ਼ਰੂਰੀ ਚੀਜ਼ਾਂ ਚਾਹੀਦੀਆਂ ਜਿਹੜੀਆਂ ਹੁੰਦੀਆਂ ਫਸਲਾਂ ਨੂੰ ਉਹ ਵਾਪਸ ਲਿਆਉਣ ਦੇ ਲਈ ਉਹਦੇ ਵਿੱਚ ਖਾਦ ਪਾ ਦਿੰਦੇ ਆ. ਬਟ all these things have to be used carefully. ਪਰ ਇਹਨਾਂ ਸਾਰੀਆਂ ਚੀਜ਼ਾਂ ਦੀ ਵਰਤੋਂ ਬਹੁਤ ਧਿਆਨ ਨਾਲ ਕਰਨੀ ਚਾਹੀਦੀ ਹੈ. ਆ ਦੇਖੋ ਆ ਬੰਦਾ ਐਡਿੰਗ ਫਰਟੀਲਾਈਜ਼ਰਸ ਇਹ ਖਾਦ ਪਾ ਰਿਹਾ ਹੈ. ਸਪਰੇਇੰਗ ਇਨਸੈਕਟੀਸਾਈਡਸ ਤੇ ਇਹ ਇਨਸੈਕਟੀਸਾਈਡਸ ਜਾਂ ਕੀਟਨਾਸ਼ਕਾਂ ਦਾ ਛਿੜਕਾਅ ਕਰ ਰਿਹਾ ਹੈ. ਮਨੀ ਮਾਮਾ ਜੀ if these chemicals kill insects and weeds, do they not harm us when we consume them? ਤੇ ਉਹ ਪੁੱਛਦਾ ਹੈ ਮਨੀ ਆਪਣੇ ਮਾਮਾ ਜੀ ਨੂੰ ਵੀ ਤੁਸੀਂ ਦੱਸ ਰਹੇ ਹੋ ਵੀ ਇਹ ਜਿਹੜੀ ਚੀਜ਼ਾਂ ਆਪਾਂ ਛਿੜਕਦੇ ਆ ਇਹ ਛੋਟੇ ਛੋਟੇ ਕੀੜੇ ਮਕੌੜੇ ਮਾਰ ਦਿੰਦੀ ਹੈ ਤੇ ਨਾਲ ਦੀ ਨਾਲ ਵੀਡਸ ਵੀ ਮਾਰ ਦਿੰਦੀ ਹੈ ਕਿ ਇਹ ਸਾਡੇ ਲਈ ਹਾਨੀਕਾਰਕ ਨਹੀਂ ਹੈ ਕਿਉਂਕਿ ਅਸੀਂ ਤਾਂ ਇਹ ਫਸਲਾਂ ਖਾਂਦੇ ਆ. ਮਾਮਾ ਜੀ with a deep sigh ਲੰਬਾ ਸਾਹ ਲੈ ਕੇ yes my son, the same thing has been explained by agricultural scientists to the farmers that the insecticides, weedicides and fertilizers which are being used to increase the crop yield are very dangerous for human beings. ਤੇ ਉਹ ਦੱਸਦੇ ਨੇ ਵੀ ਹਾਂ ਮੇਰੇ ਪੁੱਤਰ ਲੰਬਾ ਸਾਹ ਲੈ ਕੇ ਇਹ ਗੱਲ ਖੇਤੀਬਾੜੀ ਦੇ ਜਿਹੜੇ ਵਿਗਿਆਨਿਕ ਹੈਗੇ ਨੇ ਉਹ ਵੀ ਕਿਸਾਨਾਂ ਨੂੰ ਸਮਝਾਉਂਦੇ ਨੇ ਕਿ ਫਸਲਾਂ ਤੇ ਇੰਨਾ ਜਿਹੜਾ ਛਿੜਕਾਅ ਆਪਾਂ ਕਰਦੇ ਹਾਂ ਇਨਸੈਕਟੀਸਾਈਡਸ ਦਾ, ਵੀਡੀਸਾਈਡਸ ਦਾ, ਫਰਟੀਲਾਈਜ਼ਰਸ ਦਾ ਸਿਰਫ ਫਸਲ ਵੱਧ ਜਾਏ ਇਸ ਕਰਕੇ ਕਰਦੇ ਹਾਂ ਤੇ ਉਹ ਬਚੀ ਰਹਿ ਜਾਏ. ਇਹ ਅਸਲ ਵਿੱਚ ਮਨੁੱਖ ਦੇ ਲਈ ਬਹੁਤ ਖਤਰਨਾਕ ਹੈ. So the agricultural scientists have suggested to switch over to organic farming. ਤੇ ਉਹਨਾਂ ਦੀ ਸਲਾਹ ਹੈ ਵੀ ਹੁਣ ਜਲਦ ਤੋਂ ਜਲਦ ਆਪਾਂ organic farming ਵੱਲ ਮੁੜ ਜਾਈਏ. In this type of farming, artificial or poisonous substances are not used. ਇਸ ਕਿਸਮ ਦੀ ਖੇਤੀ ਦੇ ਵਿੱਚ ਜਿਹਨੂੰ ਆਪਾਂ organic farming ਕਹਿੰਦੇ ਆ artificial ਨਕਲੀ ਜਾਂ ਫਿਰ ਜ਼ਹਿਰੀਲੇ ਪਦਾਰਥਾਂ ਦੀ ਵਰਤੋਂ ਨਹੀਂ ਕੀਤੀ ਜਾਂਦੀ. They are not only expensive but also harmful for both our health and environment. ਇਹ ਜਿਹੜੇ ਪਦਾਰਥ ਆਪਾਂ ਇਸਤੇਮਾਲ ਕਰਦੇ ਆ ਨਾ ਇਹ ਨਾ ਕੇਵਲ ਵਾਤਾਵਰਣ ਦੇ ਲਈ ਸਗੋਂ ਸਾਡੀ ਸਿਹਤ ਦੇ ਲਈ ਵੀ ਬਹੁਤ ਹਾਨੀਕਾਰਕ ਹੈਗੇ. ਅੱਗੇ ਹੈ 9th question, fill in the blanks. ਖਾਲੀ ਥਾਵਾਂ ਭਰੋ. harmful ਹਾਨੀਕਾਰਕ, fertilizers ਖਾਦ, weeds insecticides ਤੇ weedicides. ਪਹਿਲਾ ਹੈ to save the crops from insects dash are sprayed. ਫਸਲਾਂ ਨੂੰ ਕੀੜਿਆਂ ਤੋਂ ਬਚਾਉਣ ਦੇ ਲਈ ਕੀ ਛਿੜਕਿਆ ਜਾਂਦਾ ਹੈ? insecticides. Second, to save the crops from weeds dash are sprayed. weeds ਤੋਂ ਬਚਣ ਦੇ ਲਈ ਜਿਹੜਾ ਘਾਹ ਹੁੰਦਾ ਹੈ ਕੀ ਛਿੜਕਿਆ ਜਾਂਦਾ ਹੈ? weedicide. Third, to replenish the minerals in the soil dash are added. fertilizers ਮਿੱਟੀ ਵਿੱਚ ਜਿਹੜੇ ਜ਼ਰੂਰੀ ਪਦਾਰਥ ਹੁੰਦੇ ਨੇ
ਉਹ ਵਾਪਸ ਲਿਆਉਣ ਦੇ ਲਈ ਆਪਾਂ ਉਸ ਦੇ ਵਿੱਚ ਖਾਦ ਮਿਲਾਉਂਦੇ ਹਾਂ। Fourth, along with the crops, certain dash also grow. ਆਪਣੀ ਫਸਲ ਦੇ ਨਾਲ ਹੋਰ ਕੀ ਉਗਦਾ ਹੈ? Weeds. Fifth, insecticides are dash for human health, harmful. ਕੀਟਨਾਸ਼ਕ ਮਨੁੱਖ ਦੀ ਸਿਹਤ ਦੇ ਲਈ ਬਹੁਤ ਹਾਨੀਕਾਰਕ ਹੈਗੇ ਨੇ। ਅੱਗੇ ਹੈ for teacher, ਅਧਿਆਪਕ ਦੇ ਲਈ। Why should we be careful while using insecticides, weedicides and fertilizers in the fields? ਖੇਤਾਂ ਵਿੱਚ ਕੀਟਨਾਸ਼ਕ, ਵੀਡੀਸਾਈਡ, ਖਾਦਾਂ ਦੀ ਵਰਤੋਂ ਕਰਦੇ ਸਮੇਂ ਸਾਨੂੰ ਸਾਵਧਾਨ ਕਿਉਂ ਰਹਿਣਾ ਚਾਹੀਦਾ ਹੈ? Discuss in detail with the students. ਵਿਦਿਆਰਥੀਆਂ ਨਾਲ ਇਸ ਵਿਸ਼ੇ ਤੇ ਚਰਚਾ ਕਰੋ। ਆਪਾਂ ਹੁਣੇ ਪੜ੍ਹ ਕੇ ਹਟਿਆ ਵੀ ਇਹ ਜਿੰਨੀਆਂ ਚੀਜ਼ਾਂ ਆਪਾਂ ਇਸਤੇਮਾਲ ਕਰਦੇ ਹਾਂ ਇਹ ਸਿਰਫ ਮਨੁੱਖ ਦੇ ਉੱਤੇ ਨਹੀਂ ਪ੍ਰਭਾਵ ਪਾਉਂਦੀਆਂ, ਸਗੋਂ ਵਾਤਾਵਰਣ ਦੇ ਲਈ ਵੀ ਬਹੁਤ ਨੁਕਸਾਨਦਾਇਕ ਹੈਗੀ ਹੈ ਤੇ ਇਹਦੀ ਘੱਟ ਤੋਂ ਘੱਟ ਵਰਤੋਂ ਕਰਨੀ ਚਾਹੀਦੀ ਹੈ ਤੇ ਬਹੁਤ ਮਹਿੰਗੀ ਵੀ ਪੈਂਦੀ ਹੈ। ਠੀਕ ਹੈ ਬੱਚਿਓ, ਆਪਾਂ ਹੁਣ ਪੜ੍ਹਦੇ ਹਾਂ ਆਰਗੈਨਿਕ ਫਾਰਮਿੰਗ ਬਾਰੇ। In organic farming, manure, compost and vermicompost is used instead of chemical fertilizers. Organic farming ਦੇ ਵਿੱਚ ਆਪਾਂ ਖਾਦ ਇਸਤੇਮਾਲ ਕਰਦੇ ਹਾਂ। ਕੰਪੋਸਟ ਹੁੰਦਾ ਬੱਚਿਓ ਜਿਹੜਾ ਆਪਾਂ ਕਿਚਨ ਦਾ ਵੇਸਟ ਹੁੰਦਾ, ਜਿਵੇਂ ਸਬਜ਼ੀਆਂ ਦੇ ਛਿੱਲੜ ਹੋ ਗਏ, ਕੋਈ ਬਚੀ ਹੋਈ ਸਬਜ਼ੀ, ਜੇ ਫਲ ਕੋਈ ਸੜ ਗਿਆ, ਉਹਨਾਂ ਨੂੰ ਜੇ ਆਪਾਂ ਖਾਦ ਦੇ ਵਿੱਚ ਬਦਲ ਦਈਏ ਉਹਨੂੰ ਕੰਪੋਸਟ ਕਹਿੰਦਾ ਹੈ। ਤੇ ਜੇ ਵਰਮੀ ਕੰਪੋਸਟ ਉਹੀ ਖਾਦ ਜੇ ਕੀੜੇ ਬਣਾਉਣ ਛੋਟੇ ਛੋਟੇ ਜਿਵੇਂ ਅਰਥਵਰਮ ਜਿਹੜੇ ਬਾਰਿਸ਼ਾਂ 'ਚ ਨਿਕਲਦੇ ਨੇ ਤਾਂ ਉਹਨਾਂ ਨੂੰ ਆਪਾਂ ਵਰਮੀ ਕੰਪੋਸਟ ਕਹੀਦਾ ਹੈ। ਇਹ ਸਾਰੀਆਂ ਚੀਜ਼ਾਂ ਕੁਦਰਤੀ ਇਸਤੇਮਾਲ ਕੀਤੀਆਂ ਜਾਂਦੀਆਂ ਨੇ ਆਰਗੈਨਿਕ ਫਾਰਮਿੰਗ ਦੇ ਵਿੱਚ। ਠੀਕ ਹੈ, ਕੋਈ ਕੈਮੀਕਲ ਫਰਟੀਲਾਈਜ਼ਰਸ ਦੀ ਇਸਤੇਮਾਲ ਨਹੀਂ ਹੁੰਦੀ ਹੈ। Mixture of cow urine, jaggery and besan is used to increase the nutritious elements in soil. ਗਊਮੂਤਰ, ਗੁੜ, ਬੇਸਨ ਇਸ ਦੀ ਵਰਤੋਂ ਕੀਤੀ ਜਾਂਦੀ ਹੈ ਮਿੱਟੀ ਵਿੱਚ ਪੌਸ਼ਟਿਕ ਤੱਤ ਵਧਾਉਣ ਦੇ ਲਈ। A solution is made by grinding neem leaves, garlic, green chilies and tobacco leaves to spray as insecticides. ਤੇ ਕੀਟਨਾਸ਼ਕ ਦੇ ਨਾਮ ਤੇ ਅਸੀਂ ਕੀ ਬਣਾਉਂਦੇ ਹਾਂ? ਨਿੰਮ ਦੇ ਪੱਤੇ ਹੋ ਗਏ, ਲਸਣ ਹੋ ਗਿਆ, ਹਰੀਆਂ ਮਿਰਚਾਂ ਹੋ ਗਈਆਂ, ਤੰਬਾਕੂ ਦੇ ਪੱਤੇ, ਇਹਨਾਂ ਦਾ ਘੋਲ ਬਣਾ ਲੈਂਦੇ ਆ ਤੇ ਛਿੜਕਾਓ ਕਰ ਦਿੰਦੇ ਆ। Buttermilk and alum is used as a fungicide. ਤੇ ਫੰਗਸ ਜਾਂ ਉੱਲੀ ਨਾਸ਼ਕ ਦੇ ਨਾਂ ਤੇ ਆਪਾਂ ਲੱਸੀ ਤੇ ਆਲਮ ਇੱਕ ਚੀਜ਼ ਹੁੰਦੀ ਹੈ ਉਹਨਾਂ ਦਾ ਘੋਲ ਬਣਾ ਲੈਂਦੇ ਆ। Weeds are plucked out with hand. ਤੇ ਜਿਹੜਾ ਫਾਲਤੂ ਦਾ ਘਾਹ ਹੁੰਦਾ ਹੈ ਇਹਨੂੰ ਆਪਾਂ ਹੱਥ ਰਾਹੀਂ ਕੱਢਦੇ ਆ, ਖੁਰਪੇ ਰਾਹੀਂ ਔਰ ਹੈਰੋ ਪੁੱਟਿਆ ਜਾਂਦਾ ਹੈ। Thus, in organic farming, all the natural substances are used which are not harmful to both humans and environment. ਤੇ ਦੱਸਿਆ ਜਾ ਰਿਹਾ ਹੈ ਵੀ ਆਰਗੈਨਿਕ ਖੇਤੀ ਦੇ ਵਿੱਚ ਸਾਰੇ ਕੁਦਰਤੀ ਪਦਾਰਥਾਂ ਦੀ ਵਰਤੋਂ ਕੀਤੀ ਜਾਂਦੀ ਹੈ ਜੋ ਮਨੁੱਖ ਤੇ ਵਾਤਾਵਰਣ ਦੋਵਾਂ ਲਈ ਹਾਨੀਕਾਰਕ ਨਹੀਂ ਹੁੰਦੇ। ਆ ਦੇਖੋ ਇੱਥੇ ਬੱਚੇ ਕੰਪੋਸਟ ਬਣਾ ਰਹੇ ਨੇ ਤੇ ਇੱਥੇ ਬਣੀ ਹੋਈ ਹੈ ਵਰਮੀ ਕੰਪੋਸਟ ਕੀੜਿਆਂ ਦੇ ਨਾਲ। Money. Then we should also practice this kind of farming. ਤੇ ਮਨੀ ਕਹਿੰਦਾ ਹੈ ਵੀ ਸਾਨੂੰ ਵੀ ਇਸ ਤਰੀਕੇ ਦੀ ਖੇਤੀਬਾੜੀ ਕਰਨੀ ਚਾਹੀਦੀ ਹੈ, ਆਰਗੈਨਿਕ ਫਾਰਮਿੰਗ। ਮਾਮਾ ਜੀ, yes, you are absolutely right. We would now start organic farming. ਤੇ ਮਾਮਾ ਜੀ ਕਹਿੰਦੇ ਵੀ ਹਾਂਜੀ ਤੁਸੀਂ ਬਿਲਕੁਲ ਠੀਕ ਹੋ, ਅਸੀਂ ਹੁਣ ਜਲਦੀ ਆਰਗੈਨਿਕ ਫਾਰਮਿੰਗ ਵੀ ਸ਼ੁਰੂ ਕਰ ਦਾਂਗੇ। This time we are going to sow rice crop only in a small area as the water table is going down day by day and expenditure is also rising. ਤੇ ਮਾਮਾ ਜੀ ਦੱਸਦੇ ਨੇ ਵੀ ਇਸ ਵਾਰ ਅਸੀਂ ਝੋਨੇ ਦੀ ਜਿਹੜੀ ਫਸਲ ਹੈ ਉਹ ਬਹੁਤ ਥੋੜੀ ਥਾਂ ਤੇ ਲਾਈ ਹੈ ਕਿਉਂਕਿ ਪਾਣੀ ਦਾ ਪੱਧਰ ਦਿਨੋਂ ਦਿਨ ਘਟਦਾ ਜਾ ਰਿਹਾ ਧਰਤੀ ਦੇ ਹੇਠਾਂ ਜੋ ਹੈ ਤੇ ਨਾਲ ਦੀ ਨਾਲ ਖਰਚੇ ਵੀ ਵੱਧਦੇ ਜਾ ਰਹੇ ਨੇ। If the underground water is finished, the soil of Punjab would become barren. ਜੇਕਰ ਧਰਤੀ ਹੇਠਲਾ ਪਾਣੀ ਖਤਮ ਹੋ ਗਿਆ ਤਾਂ ਪੰਜਾਬ ਦੀ ਧਰਤੀ ਤਾਂ ਬੰਜਰ ਹੋ ਜਾਏਗੀ।
Money. Mama ji, what will you do after the crop is ready? Mama ji, ਜਦੋਂ ਫਸਲ ਤਿਆਰ ਹੋ ਜਾਏਗੀ ਉਸ ਤੋਂ ਬਾਅਦ ਤੁਸੀਂ ਕੀ ਕਰੋਗੇ? Mama ji, son, ripened paddy crops harvested with the help of combine harvester. ਤੇ ਮਾਮਾ ਜੀ ਦੱਸਦੇ ਨੇ ਵੀ ਪੁੱਤਰ ਜਦ ਫਸਲ ਤਿਆਰ ਹੋ ਜਾਏਗੀ ਉਸ ਤੋਂ ਬਾਅਦ ਆਪਾਂ ਇਸ ਨੂੰ ਕੰਬਾਈਨ ਹਾਰਵੈਸਟਰ ਦੀ ਮਦਦ ਦੇ ਨਾਲ ਕੱਟ ਲਾਂਗੇ। ਇਟ ਇਜ਼ ਬੱਚੋ ਇੱਥੇ ਡਰਾਈਵਡ ਲਿਖਿਆ ਹੋਇਆ ਸੀ, ਇਹਨੂੰ ਠੀਕ ਕਰਕੇ ਡਰਾਈਡ ਲਿਖ ਲਿਓ। ਇਨ ਸਨ ਐਂਡ ਦੈਨ ਸੋਲਡ ਇਨ ਦ ਗ੍ਰੇਨ ਮਾਰਕੀਟ। ਸਮ ਰਾਈਸ ਆਰ ਕੈਪਟ ਫॉर ਹਾਊਸਹੋਲਡ ਯੂਜ਼। ਤੇ ਉਹ ਦੱਸਦੇ ਨੇ ਵੀ ਜਦ ਆਪਾਂ ਇਹਨੂੰ ਵੱਢ ਲਾਂਗੇ ਉਸ ਤੋਂ ਬਾਅਦ ਇਹਨੂੰ ਇਕੱਠਾ ਕਰਕੇ ਸੂਰਜ ਦੇ ਵਿੱਚ ਰੱਖ ਦਾਂਗੇ ਤਾਂ ਜੋ ਇਹ ਸੁੱਕ ਜਾਏ ਤੇ ਉਸ ਤੋਂ ਬਾਅਦ ਇਕੱਠਾ ਕਰਕੇ ਇਹਨੂੰ ਮਾਰਕੀਟ ਜਾਂ ਦੁਕਾਨਾਂ ਵਿੱਚ ਜਾ ਕੇ ਮੰਡੀ ਵਿੱਚ ਜਾ ਕੇ ਵੇਚ ਆਵਾਂਗੇ ਤੇ ਕੁਝ ਘਰ ਦੇ ਲਈ ਰੱਖ ਲਾਂਗੇ। ਬਟ when the rabi crop is ripened and ready for harvesting, we cut it with the help of sickle। ਆ ਹੈਗਾ ਬੱਚਿਓ ਸਿਕਲ। ਤੇ ਉਹ ਦੱਸ ਰਹੇ ਨੇ ਵੀ ਜਦ ਰਾਬੀ ਦੀ ਕ੍ਰੌਪ ਹਾੜੀ ਦੀ ਫਸਲ ਪੱਕ ਜਾਂਦੀ ਹੈ ਤਾਂ ਉਸ ਨੂੰ ਵੱਢਣ ਦੇ ਲਈ ਆਪਾਂ ਦਾਤੀ ਦਾ ਇਸਤੇਮਾਲ ਕਰਦੇ ਹਾਂ। The harvested crop is gathered and tied in stacks with the help of thresher, grains and straw are separated। ਤੇ ਉਸ ਤੋਂ ਬਾਅਦ ਵੱਡੀ ਹੋਈ ਫਸਲ ਨੂੰ ਇਕੱਠਾ ਕਰਕੇ ਆਪਾਂ ਢੇਰੇ ਲਾ ਦਿੰਦੇ ਆ ਉਹਦੇ ਜਾਂ ਉਹਨੂੰ ਇਕੱਠਾ ਕਰ ਲੈਂਦੇ ਆ, ਬੰਨ ਦਿੰਦੇ ਆ ਤੇ ਫਿਰ ਉਸਨੂੰ ਥ੍ਰੈਸ਼ਰ ਦੀ ਮਦਦ ਦੇ ਨਾਲ ਦਾਣੇ ਉਹਦੇ ਤੇ ਤੂੜੀ ਵੱਖ-ਵੱਖ ਕੀਤੀ ਜਾਂਦੀ ਹੈ। Nowadays, combine harvesters have made harvesting much easier। ਅੱਜ ਕੱਲ ਤਾਂ ਆਪਾਂ ਕੰਬਾਈਨ ਹਾਰਵੈਸਟਰ ਕਰਕੇ ਆ ਤਸਵੀਰ ਤੁਸੀਂ ਦੇਖ ਰਹੇ ਹੋਣੇ ਉਸਨੇ ਵਾਢੀ ਤਾਂ ਬਹੁਤ ਹੀ ਸੌਖੀ ਕਰਤੀ। ਫਸਲ ਵੱਢਣੀ, ਹਾਰਵੈਸਟਿੰਗ ਦਾ ਮਤਲਬ ਹੁੰਦਾ ਹੈ ਫਸਲ ਨੂੰ ਵੱਢਣਾ। These combine harvesters cut the crop and at the same time grains are also separated। ਇਹ ਜਿਹੜੀ ਕੰਬਾਈਨ ਹਾਰਵੈਸਟਰ ਹੈ ਫਸਲ ਦੀ ਕਟਾਈ ਵੀ ਕਰਦੀ ਹੈ ਤੇ ਨਾਲ ਦੀ ਨਾਲ ਦਾਣੇ ਵੀ ਵੱਖ ਕਰ ਦਿੰਦੀ ਹੈ। In old times your nana ji used to cut the crops। ਪੁਰਾਣੇ ਸਮਿਆਂ ਵਿੱਚ ਤੁਹਾਡੇ ਨਾਨਾ ਜੀ ਫਸਲ ਵੱਢਦੇ ਸੀ। ਹੁੰਦਾ ਕੀ ਹੈ ਦੇਖੋ ਅੱਜ ਕੱਲ ਤਾਂ ਮਸ਼ੀਨਾਂ ਆ ਗਈਆਂ ਨੇ ਜਿਵੇਂ ਆ ਤੁਸੀਂ ਦੇਖ ਰਹੇ ਹੋ ਕੰਬਾਈਨ ਹਾਰਵੈਸਟਰ ਜੋ ਵੱਢ ਵੀ ਦਿੰਦੀ ਹੈ ਤੇ ਦਾਣੇ ਵੱਖ ਵੀ ਕਰ ਦਿੰਦੀ ਹੈ। ਪਹਿਲਾਂ ਕੀ ਹੁੰਦਾ ਸੀ ਵੱਢ ਕੇ ਫਸਲ ਉਹਦੇ ਢੇਰ ਲਾਏ ਜਾਂਦੇ ਸੀ, ਸੁੱਕਾ ਕੀਤਾ ਜਾਂਦਾ ਸੀ ਸੂਰਜ ਦੇ ਵਿੱਚ ਉਹਨੂੰ ਤੇ ਉਸ ਤੋਂ ਬਾਅਦ ਉਹਨੂੰ ਵੇਚ ਦਿੱਤਾ ਜਾਂਦਾ ਸੀ। ਠੀਕ ਹੈ ਬੱਚਿਓ, ਅੱਗੇ ਹੈ then stacks were made। ਉਸ ਤੋਂ ਬਾਅਦ ਆਪਾਂ ਇਹਦੇ ਢੇਰ ਲਾਉਂਦੇ ਸੀ। These stacks were spread on a hard surface in village and then with the help of bullocks the grains were separated। ਇਹਨਾਂ ਢੇਰਾਂ ਨੂੰ ਪਿੰਡ ਦੇ ਵਿੱਚ ਪੱਕੇ ਫਰਸ਼ ਤੇ ਰੱਖ ਦਿੱਤਾ ਜਾਂਦਾ ਸੀ ਤੇ ਫਿਰ ਬਲਦ ਦੀ ਮਦਦ ਦੇ ਨਾਲ ਦਾਣਿਆਂ ਨੂੰ ਵੱਖ ਕੀਤਾ ਜਾਂਦਾ ਸੀ। This method would take a long time। ਤੇ ਇਸ ਕੰਮ ਨੂੰ ਬਹੁਤ ਸਮਾਂ ਲੱਗਦਾ ਸੀ। Some amount of grains is kept for personal use and rest is sold in the market। ਅਨਾਜ ਦੀ ਕੁਝ ਜਿਹੜਾ ਹਿੱਸਾ ਹੈ ਉਹ ਨਿੱਜੀ ਵਰਤੋਂ ਲਈ ਰੱਖਿਆ ਜਾਂਦਾ ਹੈ ਤੇ ਬਾਕੀ ਮੰਡੀ ਵਿੱਚ ਵੇਚ ਦਿੱਤਾ ਜਾਂਦਾ ਹੈ। In this way, expenditure incurred upon crops is met with and farmer also saves money for his household needs। ਇਸ ਤਰੀਕੇ ਦੇ ਨਾਲ ਫਸਲਾਂ ਤੋਂ ਹੋਣ ਵਾਲੇ ਜਿਹੜੇ ਖਰਚੇ ਹੈਗੇ ਆ ਉਹਨਾਂ ਦੀ ਪੂਰਤੀ ਕੀਤੀ ਜਾਂਦੀ ਹੈ ਤੇ ਕਿਸਾਨ ਆਪਣੇ ਘਰੇਲੂ ਲੋੜਾਂ ਦੇ ਲਈ ਵੀ ਪੈਸੇ ਬਚਾ ਲੈਂਦਾ ਹੈ। When farmer harvests his crop successfully, he comes home singing, dancing and enjoying। ਜਦੋਂ ਕਿਸਾਨ ਆਪਣੀ ਫਸਲ ਦੀ ਵਾਢੀ ਸਫਲਤਾ ਨਾਲ ਕਰ ਲੈਂਦਾ ਹੈ ਤਾਂ ਉਹ ਨੱਚਦਾ ਗਾਉਂਦਾ ਟੱਪਦਾ ਘਰ ਵਾਪਸ ਆਉਂਦਾ ਹੈ। This day is celebrated as ਵਿਸਾਖੀ ਤੇ ਇਸ ਦਿਨ ਨੂੰ ਵਿਸਾਖੀ ਵਜੋਂ ਵੀ ਮਨਾਇਆ ਜਾਂਦਾ ਹੈ। You must have seen ਵਿਸਾਖੀ ਮੇਲਾ ਤੇ ਤੁਸੀਂ ਵੀ ਦੇਖਿਆ ਹੋਵੇਗਾ ਵਿਸਾਖੀ ਦਾ ਮੇਲਾ। The atmosphere of Punjab is very happy on this day। ਪੰਜਾਬ ਦਾ ਮਾਹੌਲ ਬਹੁਤ ਖੁਸ਼ੀਆਂ ਵਾਲਾ ਹੁੰਦਾ ਹੈ ਇਸ ਦਿਨ। ਅੱਗੇ ਇੱਕ ਹੋਰ ਐਕਟੀਵਿਟੀ ਦਿੱਤੀ ਹੋਈ ਹੈ ਐਕਟੀਵਿਟੀ 2 cut pictures from newspapers related to farming and paste in scrapbook।
ਸਕ੍ਰੈਪ ਬੁੱਕ ਦੇ ਵਿੱਚ ਤੁਸੀਂ ਤਸਵੀਰਾਂ ਇਕੱਠੀਆਂ ਕਰਕੇ ਖੇਤੀਬਾੜੀ ਤੋਂ ਚਿਪਕਾਉਣੀਆਂ ਨੇ। For teacher, cut news or pictures from newspapers related to the new techniques informing the students. ਅਖਬਾਰਾਂ ਤੋਂ ਫੋਟੋਆਂ ਤਸਵੀਰਾਂ ਕੱਟੀਆਂ ਜਾ ਸਕਦੀਆਂ ਅਧਿਆਪਕ ਦੁਆਰਾ ਕਿ ਅੱਜ ਕੱਲ੍ਹ ਖੇਤੀਬਾੜੀ ਦੇ ਵਿੱਚ ਕਿਹੜੀ ਨਵੀਂ ਚੀਜ਼ਾਂ ਇਸਤੇਮਾਲ ਕੀਤੀਆਂ ਜਾ ਰਹੀਆਂ ਤੇ ਇਹ ਬੱਚਿਆਂ ਨੂੰ ਵੀ ਦੱਸਿਆ ਜਾ ਸਕਦਾ ਹੈ। ਡਿਸਕਸ ਵਿਦ them in the class, ਤੇ ਇਸ ਬਾਰੇ ਚਰਚਾ ਵੀ ਕੀਤੀ ਜਾ ਸਕਦੀ ਹੈ ਜਮਾਤ ਦੇ ਵਿੱਚ। 10th question ਹੈ write down the process of harvesting and threshing. ਪਹਿਲਾਂ ਜਿਹੜੀ ਫਸਲ ਕੱਟੀ ਜਾਂਦੀ ਹੈ ਉਹਦੇ ਬਾਰੇ ਦੱਸੋ ਜਿਹਨੂੰ ਹਾਰਵੈਸਟਿੰਗ ਕਹੀਦਾ ਹੈ, ਤੇ ਥ੍ਰੈਸ਼ਿੰਗ ਦਾਣੇ ਕਿਵੇਂ ਕੱਢੇ ਜਾਂਦੇ ਨੇ ਉਸ ਬਾਰੇ ਵੀ ਦੱਸੋ। ਇਸ ਦਾ ਆਨਸਰ ਹੈ when the crop is ready or is ripened it is collected from the fields by cutting. ਜਦੋਂ ਫਸਲ ਤਿਆਰ ਹੋ ਜਾਂਦੀ ਹੈ ਜਾਂ ਪੱਕ ਜਾਂਦੀ ਹੈ ਇਸ ਨੂੰ ਖੇਤਾਂ ਵਿੱਚੋਂ ਕੱਟ ਲਿਆ ਜਾਂਦਾ ਹੈ ਤੇ ਇਕੱਠਾ ਕਰ ਲਿਆ ਜਾਂਦਾ ਹੈ। This is called harvesting, ਤੇ ਇਸ ਨੂੰ ਵਾਢੀ ਜਾਂ ਫਿਰ ਹਾਰਵੈਸਟਿੰਗ ਕਿਹਾ ਜਾਂਦਾ ਹੈ। Sickle is used to harvest the crops, ਤੇ ਫਸਲਾਂ ਦੀ ਵਾਢੀ ਕਰਨ ਦੇ ਲਈ ਆਪਾਂ ਦਾਤਰੀ ਵਰਤਦੇ ਹਾਂ ਜਾਂ ਸਿੱਕਲ ਵਰਤਦੇ ਹਾਂ। The collected crop is gathered and stacked up. ਉਸ ਤੋਂ ਬਾਅਦ ਇਕੱਠੀ ਕੀਤੀ ਹੋਈ ਫਸਲ ਨੂੰ ਇੱਕ ਥਾਂ ਤੇ ਬੰਨ੍ਹ ਲਿਆ ਜਾਂਦਾ ਹੈ ਤੇ ਨਾਲ ਦੀ ਨਾਲ ਉਹਨੂੰ ਉਸ ਤੋਂ ਬਾਅਦ ਥ੍ਰੈਸ਼ਿੰਗ ਕੀਤੀ ਜਾਂਦੀ ਹੈ। Then threshing is done to separate grains from the ripened or harvested crop. ਤੇ ਇਸ ਤੋਂ ਬਾਅਦ ਪੱਕੀ ਹੋਈ ਫਸਲ ਤੋਂ ਦਾਣੇ ਵੱਖ ਕਰਨ ਦੇ ਲਈ ਆਪਾਂ ਥ੍ਰੈਸ਼ਿੰਗ ਕਰਦੇ ਹਾਂ। ਅੱਜ ਕੱਲ੍ਹ ਕੀ ਹੋ ਰਿਹਾ ਹੈ? Thresher is a machine that is used to harvest and separate grains from straw ਜਾਂ husk. ਥ੍ਰੈਸ਼ਰ ਇੱਕ ਮਸ਼ੀਨ ਹੈ ਜੋ ਕੰਮ ਬਹੁਤ ਆਸਾਨ ਕਰ ਚੁੱਕੀ ਹੈ। ਦੋ ਕੰਮ ਕਰਦੀ ਹੈ ਦੇਖੋ, ਹਾਰਵੈਸਟ ਕਰਨਾ, ਵੱਢਣਾ ਫਸਲ ਨੂੰ, ਤੇ ਨਾਲ ਦੀ ਨਾਲ ਬੀਜ ਵੱਖ ਕਰ ਦੇਣਾ ਤੂੜੀ ਤੋਂ। ਹੈ ਕਿ ਨਹੀਂ ਬੱਚਿਓ? 11th question, how were grains separated from husk in earlier times? ਪਹਿਲੇ ਸਮਿਆਂ ਦੇ ਵਿੱਚ ਦਾਣੇ ਭੁੱਕੀ ਤੋਂ ਕਿਵੇਂ ਦੂਰ ਕੀਤੇ ਜਾਂਦੇ ਸੀ ਜਾਂ ਵੱਖ ਕੀਤੇ ਜਾਂਦੇ ਸੀ? ਇਸ ਦਾ ਆਨਸਰ ਹੈ after harvesting the crop, stacks were prepared and spread on the ground. ਫਸਲ ਨੂੰ ਵੱਢਣ ਤੋਂ ਬਾਅਦ ਉਸਦੇ ਢੇਰ ਲਾ ਦਿੱਤੇ ਜਾਂਦੇ ਸੀ ਜ਼ਮੀਨ ਦੇ ਉੱਤੇ ਤੇ ਉਸ ਨੂੰ ਸੁੱਕਣ ਦਿੱਤਾ ਜਾਂਦਾ ਸੀ। Bullocks were used to separate grains. ਬਲਦ ਦਾ ਇਸਤੇਮਾਲ ਕੀਤਾ ਜਾਂਦਾ ਸੀ ਦਾਣੇ ਵੱਖ ਕਰਨ ਦੇ ਲਈ। Husk being lighter from the grains would get blown away by the force of wind. Husk ਜਿਹੜਾ ਹੁੰਦਾ ਹੈ, ਜਿਹੜੇ ਦਾਣੇ ਹੁੰਦੇ ਉਹਦਾ ਉੱਤੇ ਜਿਹੜਾ ਛਿੱਲੜ ਹੁੰਦਾ ਬਹੁਤ ਹਲਕਾ ਜਿਹਾ ਹੁੰਦਾ ਹੈ ਤੇ ਜਦ ਵੀ ਹਵਾ ਚੱਲਦੀ ਸੀ ਉਹ ਦੂਰ ਡਿੱਗ ਜਾਂਦਾ ਸੀ ਤੇ ਦਾਣੇ ਥੱਲੇ ਡਿੱਗ ਜਾਂਦੇ ਸੀ। ਜਾਂ ਤੁਸੀਂ ਲਿਖ ਸਕਦੇ ਹੋ or grain and husk was separated by throwing them from a certain height and using the force of air. ਦਾਣੇ ਤੇ ਉਹਨਾਂ ਦੇ ਛਿੱਲੜ ਨੂੰ ਵੱਖ ਕਰਨ ਦੇ ਲਈ ਇੱਕ ਉਚਾਈ ਤੋਂ ਸਿੱਟਿਆ ਜਾਂਦਾ ਸੀ ਤੇ ਹਵਾ ਦੇ ਨਾਲ ਉਹ ਦੋਵੇਂ ਵੱਖ ਹੋ ਜਾਂਦੇ ਸੀ। This process of separating grains from the husk for chaff is called winnowing. ਤੇ ਇਹਦੇ ਵਿੱਚ ਜਿਹੜੇ ਆਪਾਂ ਦਾਣੇ ਵੱਖ ਕਰਦੇ ਸੀ ਉਹਦੇ ਛਿੱਲੜ ਤੋਂ ਉਹਨੂੰ ਆਪਾਂ ਇੱਕ ਪ੍ਰੋਸੈਸ ਦਾ ਨਾਂ ਦਿੱਤਾ ਹੋਇਆ ਸੀ ਜਿਹਨੂੰ ਆਪਾਂ ਕਹਿੰਦੇ ਸੀ ਵਿਨੋਇੰਗ। ਠੀਕ ਹੈ ਬੱਚਿਓ। ਅੱਗੇ ਹੈ question number 12, how has combine harvesters made the work easier? ਕੰਬਾਈਨ ਹਾਰਵੈਸਟਰਾਂ ਨੇ ਕੰਮ ਕਿਵੇਂ ਆਸਾਨ ਬਣਾ ਦਿੱਤਾ? Machines get the work done with ease and efficiency. ਮਸ਼ੀਨਾਂ ਜਿਹੜੀਆਂ ਹੈਗੀਆਂ ਆਸਾਨੀ ਨਾਲ ਤੇ ਬਹੁਤ ਵਧੀਆ ਤਰੀਕੇ ਦੇ ਨਾਲ ਕੰਮ ਕਰਵਾ ਦਿੰਦੀਆਂ ਨੇ। Combine harvester is one such machine to harvest or cut the crops and separate grains at the same time. Combine harvester ਇੱਕ ਅਜਿਹੀ ਮਸ਼ੀਨ ਹੈ ਜੋ ਫਸਲਾਂ ਦੀ ਵਾਢੀ ਵੀ ਕਰ ਦਿੰਦੀ ਹੈ ਤੇ ਨਾਲ ਦੀ ਨਾਲ ਜਿਹੜੇ ਗ੍ਰੇਨਸ ਹੈਗੇ ਨੇ ਦਾਣੇ ਹੈਗੇ ਨੇ ਉਹਨਾਂ ਨੂੰ ਵੀ ਵੱਖ ਕਰ ਦਿੰਦੀ ਹੈ। Thus, it is used as a threshing, harvesting and winnowing equipment. ਤੇ ਇਸ ਤਰ੍ਹਾਂ ਇਸ ਦੀ ਵਰਤੋਂ ਵਾਢੀ ਦੇ ਤੌਰ ਤੇ ਵੀ ਕੀਤੀ ਜਾਂਦੀ ਹੈ ਤੇ ਦਾਣਿਆਂ ਨੂੰ ਵੱਖ ਕਰਨ ਦੇ ਲਈ ਵੀ ਕੀਤੀ ਜਾਂਦੀ ਹੈ। Money. Yes, Mama ji, one day Baisakhi was celebrated in our school and one student sang a poem written by Dhani Ram Chatrik.
ਤੇ ਮਨੀ ਦੱਸਦਾ ਹੈ ਵੀ ਹਾਂਜੀ ਹਾਂਜੀ ਮਾਮਾ ਜੀ, ਸਾਡੇ ਸਕੂਲ ਵੀ ਇੱਕ ਦਿਨ ਵਿਸਾਖੀ ਮਨਾਈ ਗਈ ਸੀ ਤੇ ਇੱਕ ਵਿਦਿਆਰਥੀ ਨੇ ਧਨੀ ਰਾਮ ਚਾਤਰਿਕ ਦੀ ਲਿਖੀ ਕਵਿਤਾ ਵੀ ਸੁਣਾਈ ਜੋ ਕਿ ਸੀ। ਤੇ ਉਹ ਪੋਇਮ ਕੁਝ ਇਸ ਤਰ੍ਹਾਂ ਹੈ। ਤੂੜੀ ਤੰਦ ਸਭ ਹਰੀ ਵੇਚ ਵਾਟ ਕੇ, ਲੰਬੜਾਂ ਤੇ ਸ਼ਾਹਾਂ ਦਾ ਹਿਸਾਬ ਕੱਟ ਕੇ, ਪੱਗ ਜੱਗਾ ਚਾਦਰਾ ਨਵਾਂ ਸਵਾਏ ਕੇ, ਸਮਾਂ ਵਾਲੀ ਡਾਂਗ ਉੱਤੇ ਤੇਲ ਲਾ ਕੇ, ਕੱਚੇ ਮਾਰ ਪੰਚਲੀ ਆਨੰਦ ਆ ਗਿਆ, ਮਾਰਦਾ ਦਮਾਮੇ ਜੱਟ ਮੇਲੇ ਆ ਗਿਆ। ਤੇ ਆ ਦੇਖੋ ਇੱਥੇ ਤਸਵੀਰ ਵੀ ਬਣੀ ਹੋਈ ਹੈ, ਲੋਕ ਵਿਸਾਖੀ ਦਾ ਮੇਲਾ ਮਨਾ ਰਹੇ ਨੇ, ਹੈ ਕਿ ਨਹੀਂ। ਅੱਗੇ ਪੜ੍ਹਦੇ ਹਾਂ। Talking to each other and singing Baisakhi songs, Mama Ji and Mani came back. ਤੇ ਵਾਪਸ ਆਂਦਿਆਂ ਗੱਲਾਂ ਕਰਦੇ ਤੇ ਵਿਸਾਖੀ ਦੇ ਗੀਤ ਗਾਉਂਦੇ ਗਾਉਂਦੇ ਉਹ ਘਰ ਪਹੁੰਚ ਗਏ। As soon as they reached home, Nani Ji asked them to wash their hands and have food. ਤੇ ਘਰ ਪਹੁੰਚਦਿਆਂ ਹੀ ਨਾਨੀ ਜੀ ਨੇ ਉਹਨਾਂ ਨੂੰ ਹੱਥ ਧੋਣ ਕੇ ਖਾਣਾ ਖਾਣ ਨੂੰ ਕਿਹਾ। Mama Ji told Mani that chapatis were made from the same wheat grains about which they had been talking. ਤੇ ਮਾਮਾ ਜੀ ਨੇ ਮਨੀ ਨੂੰ ਦੱਸਿਆ ਕਿ ਜਿਹੜੀ ਰੋਟੀ ਹੈਗੀ ਹੈ ਉਹ ਉਸੇ ਕਣਕ ਦੀ ਬਣਦੀ ਹੈ ਜਿਹਦੇ ਬਾਰੇ ਆਪਾਂ ਗੱਲ ਕਰ ਰਹੇ ਸੀ। ਮਨੀ, ਮਾਮਾ ਜੀ, how can we get round chapatis from wheat grain? ਤੇ ਮਨੀ ਕਹਿੰਦਾ ਹੈ ਵੀ ਮਾਮਾ ਜੀ ਅਸੀਂ ਕਣਕ ਦੇ ਦਾਣਿਆਂ ਤੋਂ ਗੋਲ ਗੋਲ ਰੋਟੀ ਕਿਵੇਂ ਪਾ ਸਕਦੇ ਹਾਂ। ਮਾਮਾ ਜੀ, only your ਨਾਨੀ ਜੀ can explain this. ਇਹ ਗੱਲ ਸਿਰਫ ਤੁਹਾਡੇ ਨਾਨੀ ਜੀ ਹੀ ਸਮਝਾ ਸਕਦੇ ਨੇ। ਨਾਨੀ ਜੀ, ਬੱਚਿਓ ਇੱਥੇ ਤੁਸੀਂ ਨਾਨੀ ਜੀ ਲਿਖ ਲਿਓ ਕਿਉਂਕਿ ਇਹ ਗੱਲ ਉਹਨਾਂ ਨੇ ਕਿਹਾ ਨਾਨੀ ਜੀ ਸਮਝਾਣਗੇ, ਠੀਕ ਹੈ। ਤੇ ਮੈਂ ਇਹ ਮੰਨ ਕੇ ਚੱਲ ਰਹੀ ਹਾਂ ਵੀ ਨਾਨਾ ਜੀ ਨਹੀਂ, ਹੁਣ ਨਾਨੀ ਜੀ ਹੀ ਗੱਲ ਦੱਸ ਰਹੇ ਨੇ ਮਨੀ। My son, your Mama Ji and Nana Ji work hard in the fields to bring the grains home. ਬੇਟਾ, ਤੁਹਾਡੇ ਨਾਨਾ ਜੀ ਤੇ ਤੁਹਾਡੇ ਮਾਮਾ ਜੀ ਖੇਤਾਂ ਵਿੱਚ ਸਖਤ ਮਿਹਨਤ ਕਰਦੇ ਨੇ ਅਨਾਜ ਘਰ ਲਿਆਉਣ ਦੇ ਲਈ। From these grains, ਆਟਾ ਜਿਹਨੂੰ ਆਪਾਂ wheat flour ਕਹੀਦਾ, ਦਲੀਆ, porridge, ਸੂਜੀ and ਮੈਦਾ are obtained to cook many dishes. ਤੇ ਇਹਨਾਂ ਦਾਣਿਆਂ ਤੋਂ ਆਪਾਂ ਆਟਾ ਜਿਹਨੂੰ ਕਣਕ ਦਾ ਆਟਾ ਕਹੀਦਾ, ਦਲੀਆ ਹੋ ਗਿਆ, ਸੂਜੀ, ਮੈਦਾ, ਬਹੁਤ ਸਾਰੇ ਪਕਵਾਨ ਬਣਾਉਂਦੇ ਆ ਇਹਨਾਂ ਤੋਂ। For example, halwa and panjiri are prepared from flour. ਤੇ ਉਹ ਦੱਸਦੇ ਨੇ ਵੀ ਹਲਵਾ ਤੇ ਪੰਜੀਰੀ ਇਸੇ ਆਟੇ ਤੋਂ ਬਣਦੀ ਹੈ। ਬੱਚਿਓ ਪ੍ਰੀਪੇਅਰਡ ਦੀ ਸਪੈਲਿੰਗ ਠੀਕ ਕਰ ਲਿਓ ਬੁੱਕ ਦੇ ਵਿੱਚ, ਈ ਨਹੀਂ ਹੈ। ਹਲਵਾ ਐਂਡ ਖੀਰ ਆਰ ਪ੍ਰੀਪੇਅਰਡ ਫਰੋਮ ਸੂਜੀ, ਇਹ ਤੁਹਾਨੂੰ ਵੀ ਪਤਾ ਹੋਏਗਾ ਹਲਵਾ ਤੇ ਖੀਰ ਸੂਜੀ ਦੀ ਬਣਦੀ ਹੈ। ਪੂਰੀ ਐਂਡ ਸੇਵੀਆਂ ਆਰ ਪ੍ਰੀਪੇਅਰਡ ਫਰੋਮ ਮੈਦਾ, ਮੈਦੇ ਦੀ ਬਣਦੀ ਹੈ। Similarly, we get popcorns from maize seeds and chapatis from maize flour. ਤੇ ਇਹ ਵੀ ਦੱਸਿਆ ਗਿਆ ਹੈ ਵੀ ਅਸੀਂ ਮੱਕੀ ਤੋਂ ਪੌਪਕੌਰਨ ਵੀ ਬਣਾ ਲੈਂਦੇ ਹਾਂ ਤੇ ਮੱਕੀ ਦਾ ਆਟਾ ਵੀ ਬਣਦਾ ਜਿਹਦੇ ਨਾਲ ਰੋਟੀਆਂ ਬਣਦੀਆਂ ਨੇ। Which is fondly eaten in winters with ਸਰਸੋਂ ਦਾ ਸਾਗ। ਤੇ ਇਹ ਮੱਕੀ ਦੀ ਜਿਹੜੀ ਰੋਟੀ ਹੈਗੀ ਹੈ ਮਜ਼ੇ ਦੇ ਨਾਲ ਆਪਾਂ ਸਰਸੋਂ ਦੇ ਸਾਗ ਦੇ ਨਾਲ ਖਾਂਦੇ ਹਾਂ ਵਿੰਟਰਸ ਦੇ ਵਿੱਚ, ਠੰਡ ਦੇ ਵਿੱਚ। ਪੁਲਾਓ, ਸਵੀਟ ਰਾਈਸ ਐਂਡ ਖੀਰ ਆਰ ਕੁਕਡ ਫਰੋਮ ਰਾਈਸ, ਚੌਲਾਂ ਤੋਂ ਪੁਲਾਓ ਬਣ ਜਾਂਦੇ ਨੇ, ਮਿੱਠੇ ਚਾਲ ਹੋ ਗਏ, ਖੀਰ, ਇਹ ਸਭ ਬਣ ਜਾਂਦਾ। Crops are brought home, dried and stored in drums. ਇਹ ਜਿਹੜੇ ਦਾਣੇ ਹੈਗੇ ਨੇ ਇਹਨਾਂ ਨੂੰ ਘਰ ਲਿਆ ਕੇ ਸੁਕਾ ਕੇ ਡਰਮਾਂ ਵਿੱਚ ਬੰਦ ਕਰ ਦਿੱਤਾ ਜਾਂਦਾ ਹੈ। Wheat flour is obtained by grinding the wheat grains in grinding machine. ਤੇ ਇਹ ਜਿਹੜਾ ਕਣਕ ਦਾ ਆਟਾ ਹੈ ਇਹ ਕਣਕ ਦੇ ਦਾਣਿਆਂ ਨੂੰ ਪੀਸਣ ਵਾਲੀ ਮਸ਼ੀਨ ਦੇ ਵਿੱਚ ਪਾ ਕੇ ਆਟਾ ਬਣਾਇਆ ਜਾਂਦਾ ਹੈ। Earlier, when electric grinding machines were not available, wheat was grinded with manual chuckies to get flour. ਤੇ ਉਹ ਦੱਸਦੇ ਨੇ ਪਹਿਲਾਂ ਦੇ ਸਮੇਂ ਦੇ ਵਿੱਚ ਬਿਜਲੀ ਵਾਲੇ ਪੀਸਣ ਵਾਲੀ ਮਸ਼ੀਨਾਂ ਤਾਂ ਹੁੰਦੀਆਂ ਨਹੀਂ ਸੀ, ਇਸ ਕਰਕੇ ਕਣਕ ਨੂੰ ਪੀਸਣ ਦੇ ਲਈ ਆਪਾਂ ਹੱਥ ਨਾਲ ਹੀ ਕਰਦੇ ਸੀ, ਮੈਨੂਅਲ ਚੱਕੀ ਹੁੰਦੀ ਸੀ। This flour is needed to make dough. ਤੇ ਇਸ ਆਟੇ ਨੂੰ ਉਸ ਤੋਂ ਬਾਅਦ ਗੁੰਨਿਆ ਜਾਂਦਾ ਹੈ ਇੱਕ ਆ ਦੇਖੋ ਡੋ ਬਣਾਉਣ ਦੇ ਲਈ ਜਿਹਦੇ ਚ ਰੋਟੀ ਬਣਦੀ ਹੈ। Round balls are made
and are flattened with rolling pin belan to get round chapatis which are cooked on hot plate tawa। ਤੇ ਇੱਕ ਵਾਰ ਜਦ ਆਪਾਂ ਆਟਾ ਗੁੰਨ ਲੈਂਦੇ ਹਾਂ ਦੇਖੋ ਉਸ ਤੋਂ ਬਾਅਦ ਇਹਨੂੰ ਆਪਾਂ ਬੇਲਣ ਦੇ ਨਾਲ ਜਿਹਨੂੰ ਰੋਲਿੰਗ ਪਿਨ ਕਿਹਾ ਜਾਂਦਾ ਹੈ ਸਿੱਧਾ ਪਤਲਾ ਕਰ ਲੈਂਦੇ ਹਾਂ ਉਸ ਤੋਂ ਬਾਅਦ ਇਹਨੂੰ ਤਵੇ ਤੇ ਬਣਾ ਲੈਂਦੇ ਹਾਂ। ਫਾਈਨਲੀ ਇਟ ਇਜ਼ ਸਰਵਡ ਇਨ ਪਲੇਟ। ਇਜ਼ਨਟ ਇਟ ਲੈਬੋਰੀਅਸ? ਤੇ ਫਿਰ ਅਖੀਰ ਦੇ ਵਿੱਚ ਅੰਤ ਦੇ ਵਿੱਚ ਇਹਨੂੰ ਪਲੇਟ ਦੇ ਵਿੱਚ ਪਰੋਸਿਆ ਜਾਂਦਾ ਹੈ ਕਿ ਨਹੀਂ ਇਹ ਮਿਹਨਤ ਦਾ ਕੰਮ? ਮਨੀ ਵਾਓ ਦਿਸ ਇਜ਼ ਰੀਅਲੀ ਅ ਹਾਰਡ ਵਰਕ। ਇਹ ਸੱਚਮੁੱਚ ਬਹੁਤ ਮਿਹਨਤ ਦਾ ਕੰਮ ਹੈ। ਸੋ ਨਾਨੀ ਜੀ only that much food should be taken in plate which we can eat। ਤੇ ਉਹ ਕਹਿੰਦਾ ਨਾਨੀ ਜੀ ਥਾਲੀ ਵਿੱਚ ਉਨਾ ਹੀ ਖਾਣਾ ਪਾਣਾ ਚਾਹੀਦਾ ਜੋ ਅਸੀਂ ਖਾ ਸਕਦੇ ਹਾਂ। ਬਣਾਉਣਾ ਤੇ ਉਗਾਉਣਾ ਕਿਹੜਾ ਸੌਖਾ ਕੰਮ ਹੈ। We should not waste food by leaving it in the plate। ਸਾਨੂੰ ਖਾਣਾ ਬਰਬਾਦ ਨਹੀਂ ਕਰਨਾ ਚਾਹੀਦਾ ਪਲੇਟ ਦੇ ਵਿੱਚ ਛੱਡ ਕੇ। ਮਾਮਾ ਜੀ ਯੈਸ ਮਾਈ ਸਨ, ਹਾਂਜੀ ਪੁੱਤਰਾ you are very wise। ਤੁਸੀਂ ਬਹੁਤ ਸਿਆਣੇ ਤੇ ਸਮਝਦਾਰ ਹੋ। If everyone stop wasting foods then it can be made available to the entire population of our country। ਜੇਕਰ ਹਰ ਕੋਈ ਭੋਜਨ ਨੂੰ ਬਰਬਾਦ ਕਰਨਾ ਬੰਦ ਕਰ ਸਕੇ ਫਿਰ ਇਸ ਤੋਂ ਬਾਅਦ ਸਾਡੇ ਪੂਰੇ ਦੇਸ਼ ਦੇ ਵਿੱਚ ਕੋਈ ਵੀ ਭੁੱਖਾ ਨਾ ਸੋਏ, ਸਭ ਨੂੰ ਖਾਣਾ ਮਿਲ ਜਾਏ। ਬੱਚਿਓ ਇੱਥੇ ਧਿਆਨ ਰੱਖਿਓ ਸਟਾਪ ਨਹੀਂ ਆਏਗਾ, ਸਟਾਪਸ ਆਏਗਾ ਤੇ ਫੂਡਸ ਦੀ ਥਾਂ ਤੇ ਫੂਡ ਆਏਗਾ। ਠੀਕ ਹੈ। ਅੱਗੇ ਹੈ ਫॉर ਟੀਚਰ ਅਧਿਆਪਕ ਦੇ ਲਈ ਡਿਸਕਸ ਵਿਦ ਸਟੂਡੈਂਟਸ ਅਬਾਊਟ ਦ ਫੂਡ ਇੰਡਸਟਰੀ ਵੇਅਰ ਡਿਫਰੈਂਟ ਗ੍ਰੇਨਸ ਆਰ ਯੂਜ਼ਡ। ਵਿਦਿਆਰਥੀਆਂ ਦੇ ਨਾਲ ਭੋਜਨ ਦੇ ਉਹ ਇੰਡਸਟਰੀਜ਼ ਦੇ ਬਾਰੇ ਗੱਲ ਕਰੋ ਜਿੱਥੇ ਵੱਖ ਤਰੀਕੇ ਦਾ ਖਾਣਾ ਬਣਾਇਆ ਜਾਂਦਾ ਹੈ। ਬੇਕਰੀ ਇਜ਼ ਐਨ ਐਗਜ਼ਾਮਪਲ, ਜਿਵੇਂ ਕਿ ਬੇਕਰੀ ਹੋ ਗਈ ਉਦਾਹਰਨ ਦੇ ਤੌਰ ਤੇ, ਤੁਸੀਂ ਹੋਰ ਵੀ ਦੇਖਿਆ ਹੋਣਾ ਹੈ ਕਿ ਨਹੀਂ। ਅੱਗੇ ਹੈ ਬੱਚਿਓ ਥਿੰਗਸ ਟੂ ਰਿਮੈਂਬਰ, ਯਾਦ ਰੱਖਣ ਯੋਗ ਗੱਲਾਂ। wheat, mustard and chickpeas are rabi crops। ਕਣਕ, ਸਰੋਂ ਤੇ ਛੋਲੇ ਹਾੜੀ ਦੀ ਫਸਲਾਂ ਹਨ। cotton, paddy, maize and bajra are kharif crops। ਕਪਾਹ, ਝੋਨਾ, ਮੱਕੀ, ਬਾਜਰਾ ਇਹ ਖਾਰਿਫ ਕ੍ਰੌਪਸ ਨੇ। ਫਾਰਮਿੰਗ ਕੈਨ ਬੀ ਡਨ ਟੂਡੇ ਵਿਦ ਦ ਹੈਲਪ ਆਫ ਮਾਡਰਨ ਟੂਲਸ। ਅੱਜ ਕੱਲ੍ਹ ਆਧੁਨਿਕ ਸਾਧਨਾਂ ਦੀ ਮਦਦ ਦੇ ਨਾਲ ਖੇਤੀ ਕੀਤੀ ਜਾ ਸਕਦੀ ਹੈ। ਇੰਸਟੈਡ ਆਫ ਕੈਮੀਕਲ ਮੈਨਿਓਰ ਆਰਗੈਨਿਕ ਮੈਨਿਓਰ ਸ਼ੁੱਡ ਬੀ ਯੂਜ਼ਡ। ਜਿਹੜੇ ਆਪਾਂ ਰਸਾਇਣਕ ਯੂਜ਼ ਕਰਦੇ ਨੇ ਖਾਦਾਂ ਦੇ ਲਈ ਉਸ ਦੀ ਬਜਾਏ ਸਾਨੂੰ ਨੈਚੁਰਲ ਚੀਜ਼ਾਂ ਵਰਤਣੀਆਂ ਚਾਹੀਦੀਆਂ ਨੇ, ਆਰਗੈਨਿਕ ਖਾਦ ਦਾ ਵਰਤੋਂ ਕਰਨਾ ਚਾਹੀਦਾ ਹੈ। To destroy weeds and insects, poison should not be used। weeds ਤੇ ਕੀੜਿਆਂ ਨੂੰ ਖਤਮ ਕਰਨ ਦੇ ਲਈ ਜ਼ਹਿਰ ਦੀ ਵਰਤੋਂ ਨਹੀਂ ਕਰਨੀ ਚਾਹੀਦੀ। 13th question ਹੈ which dishes are made from wheat flour in your house। ਤੁਹਾਡੇ ਘਰ ਕਣਕ ਦੇ ਆਟੇ ਦੇ ਨਾਲ ਕਿਹੜੇ ਪਕਵਾਨ ਜਾਂ ਖਾਣੇ ਬਣਦੇ ਨੇ। Dishes made from wheat flour include roti। ਜਿਹੜੇ ਸਮਾਨ ਬਣਦਾ ਇੱਕ ਤਾਂ ਰੋਟੀ ਹੋ ਗਈ, ਪੂਰੀ, ਪਰਾਂਠਾਸ, ਕੇਕਸ, ਬ੍ਰੈਡਸ, ਕੁਕੀਜ਼, ਬਿਸਕਿਟ, ਸੈਂਡਵਿਚ, ਸੇਵੀਆਂ, ਹਲਵਾ, ਦਲੀਆ, ਪੰਜੀਰੀ, ਪੀਜ਼ਾ, ਮੋਮੋਜ਼, ਨਾਨ, ਗੁਲਗੁਲੇ, ਲੱਡੂ, ਡੋਸਾ ਐਂਡ ਅੱਪਾ। 14th question apart from wheat flour which other flours are used to make chapati and in which season। ਕਣਕ ਦੇ ਆਟੇ ਤੋਂ ਇਲਾਵਾ ਤੁਸੀਂ ਰੋਟੀ ਹੋਰ ਕਿਹੜੇ ਆਟੇ ਦੀ ਬਣਾਉਂਦੇ ਹੋ ਤੇ ਕਿਹੜੇ ਮੌਸਮ ਦੇ ਵਿੱਚ। ਮੈਂ ਇੱਥੇ ਲਿਖੇ ਨੇ ਕੁਝ ਆਟੇ ਜਿਵੇਂ ਬਾਜਰਾ ਰੋਟੀ, ਰਾਈਸ ਫਲਾਰ, ਓਟਸ ਫਲਾਰ, ਰਾਗੀ ਫਲਾਰ, ਮੇਜ਼ ਫਲਾਰ ਉਹ ਵਿੰਟਰ ਦੇ ਵਿੱਚ ਹੈ ਖਾਸ ਤੌਰ ਤੇ, ਜਵਾਰ ਫਲਾਰ, ਮੈਦਾ, ਸੂਜੀ, ਮਿਲਟਸ ਫਲਾਰ ਇਨ ਵਿੰਟਰ, ਦਰਾਓ ਫਲਾਰ ਇਹ ਖਾਸ ਤੌਰ ਤੇ ਜਦ ਆਪਾਂ ਨਵਰਾਤਰੇ ਦੇ ਫਾਸਟ ਰੱਖਦੇ ਨੇ ਉਦੋਂ ਇਸਤੇਮਾਲ ਕੀਤਾ ਜਾਂਦਾ ਹੈ। 15th question list a few special dishes which are cooked on special occasions in your house। ਕੁਝ ਖਾਸ ਪਕਵਾਨਾਂ ਦੇ ਨਾਂ ਲਿਖੋ ਜੋ ਤੁਹਾਡੇ ਘਰ ਤੇ ਕਿਸੇ ਖਾਸ ਮੌਕੇ ਤੇ ਬਣਦੇ ਨੇ। We celebrate different festivals and prepare different dishes। ਤੇ ਮੈਂ ਇੱਥੇ ਲਿਖਿਆ ਅਸੀਂ ਵੱਖ-ਵੱਖ ਤਿਉਹਾਰ ਮਨਾਉਂਦੇ ਹਾਂ ਤੇ ਵੱਖ-ਵੱਖ
ਭੋਜਨ ਜਾਂ ਪਕਵਾਨ ਤਿਆਰ ਕੀਤੇ ਜਾਂਦੇ ਨੇ। ਫਿਰਨੀ is prepared on most of the occasions, ਜ਼ਿਆਦਾਤਰ ਫਿਰਨੀ ਬਣਦੀ ਹੈ। On ਸੰਗਰਾਂਦ ਹਲਵਾ ਐਂਡ ਬੇਸਨ ਲੱਡੂਜ਼ ਆਰ prepared, ਸੰਗਰਾਂਦ ਤੇ ਹਲਵਾ ਤੇ ਬੇਸਨ ਦੇ ਲੱਡੂ ਤਿਆਰ ਕੀਤੇ ਜਾਂਦੇ ਨੇ। ਰਾਈਸ ਔਨ ਬਸੰਤ ਪੰਚਮੀ, ਸਰਸੋਂ ਸਾਗ ਔਨ ਲੋਹੜੀ, ਲੋਹੜੀ ਤੇ ਸਰਸੋਂ ਦਾ ਸਾਗ, ਮੱਕੀ ਦੀ ਰੋਟੀ। ਖੀਰ ਇਜ਼ ਕੰਜ਼ਿਊਮਡ ਐਜ਼ ਅ ਸਵੀਟ ਡਿਸ਼, ਖੀਰ ਨੂੰ ਮਿੱਠੇ ਪਕਵਾਨ ਦੇ ਤੌਰ ਤੇ ਖਾਧਾ ਜਾਂਦਾ ਹੈ ਜ਼ਿਆਦਾਤਰ। ਪੂਰੀ ਹਲਵਾ ਇਜ਼ ਆਲਸੋ ਪ੍ਰਿਪੇਅਰਡ ਔਨ ਬਰਥਡੇ, ਅਸ਼ਟਮੀ ਔਰ ਕੰਜਕ, ਕੰਜਕਾਂ ਤੇ ਪੂਰੀ ਹਲਵਾ ਵੀ ਬਣਾਇਆ ਜਾਂਦਾ ਹੈ। ਅੱਗੇ ਹੈ 16th question, which festival is related with crop harvesting in Punjab? ਪੰਜਾਬ ਵਿੱਚ ਕਿਹੜਾ ਜਿਹੜਾ ਤਿਉਹਾਰ ਹੈ ਉਹ ਜਦ ਫਸਲ ਵੱਢੀ ਜਾਂਦੀ ਹੈ ਮਨਾਇਆ ਜਾਂਦਾ ਹੈ? ਰਾਈਟ ਅ ਸ਼ਾਰਟ ਨੋਟ, ਇਸ ਤੇ ਇੱਕ ਛੋਟਾ ਜਿਹਾ ਨੋਟ ਲਿਖੋ। Crop harvesting festival in Punjab is called Baisakhi or Vaisakhi. ਪੰਜਾਬ ਵਿੱਚ ਫਸਲ ਦੀ ਵਾਢੀ ਦੇ ਤਿਉਹਾਰ ਨੂੰ ਵਿਸਾਖੀ ਜਾਂ ਵਿਸਾਖੀ ਕਿਹਾ ਜਾਂਦਾ ਹੈ। It is celebrated in April when the crop is ready to be harvested. ਤੇ ਇਸ ਨੂੰ ਅਪ੍ਰੈਲ ਦੇ ਵਿੱਚ ਮਨਾਇਆ ਜਾਂਦਾ ਹੈ ਜਦੋਂ ਫਸਲ ਤਿਆਰ ਹੁੰਦੀ ਹੈ, ਵਾਢੀ ਕੀਤੀ ਜਾਂਦੀ ਹੈ। It is considered as 6 New Year's Day, as on this day Khalsa Panth was also established under Guru Gobind Singh Ji in 1699. ਇਸ ਦਿਨ ਨੂੰ ਸਿੱਖਾਂ ਦਾ ਨਵਾਂ ਸਾਲ ਵੀ ਮਨਾਇਆ ਜਾਂਦਾ ਹੈ ਕਿਉਂਕਿ ਇਸੇ ਦਿਨ 1699 ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਥਾਪਨਾ ਕੀਤੀ ਸੀ। On this day, ਲੰਗਰ ਸੇਵਾ is held and ਗੁਰਦੁਆਰਾਸ are decorated. ਤੇ ਇਸ ਦਿਨ ਲੰਗਰ ਸੇਵਾ ਕੀਤੀ ਜਾਂਦੀ ਹੈ ਤੇ ਗੁਰਦੁਆਰੇ ਸਜਾਏ ਜਾਂਦੇ ਨੇ। People wear new clothes and celebrate this festive occasion by performing various activities of enjoyment. ਤੇ ਲੋਕ ਨਵੇਂ ਕੱਪੜੇ ਪਾਉਂਦੇ ਨੇ ਇਸ ਦਿਨ ਤੇ ਆਨੰਦ ਮਾਣਦੇ ਨੇ ਵੱਖੋ ਵੱਖ ਗਤੀਵਿਧੀਆਂ ਕਰਕੇ ਇਸ ਤਿਉਹਾਰ ਤੇ। Apart from Bhangra celebration, jalebis and other sweet dishes are also consumed. ਭੰਗੜੇ ਤੋਂ ਇਲਾਵਾ ਜੋ ਕਿ ਕੀਤਾ ਹੀ ਜਾਂਦਾ ਹੈ, ਜਲੇਬੀਆਂ ਵੀ ਬਣਦੀਆਂ ਨੇ ਤੇ ਹੋਰ ਮਿੱਠੇ ਪਕਵਾਨ ਵੀ ਬਣਾ ਕੇ ਖਾਦੇ ਜਾਂਦੇ ਨੇ। 17th question, which dishes are made from rice? ਚੌਲਾਂ ਤੋਂ ਕਿਹੜੇ ਪਕਵਾਨ ਬਣਦੇ ਨੇ? Dishes made from rice include biryani, kheer, sushi, ਖਿਚੜੀ, ਇਡਲੀ ਤੇ ਡੋਸਾ। ਅੱਗੇ ਹੈ for teacher, ਅਧਿਆਪਕ ਦੇ ਲਈ। Teacher should discuss with students about some other festivals celebrated on account of ripening of crop in any other state than Punjab. ਅਧਿਆਪਕ ਕੁਝ ਹੋਰ ਤਿਉਹਾਰਾਂ ਦੇ ਬਾਰੇ ਵੀ ਦੱਸਣਗੇ ਜੋ ਦੂਜੇ ਦੇਸ਼ਾਂ ਜਾਂ ਰਾਜਾਂ ਵਿੱਚ ਮਨਾਏ ਜਾਂਦੇ ਨੇ ਜਦੋਂ ਫਸਲ ਵੱਢੀ ਜਾਂਦੀ ਹੈ। ਤਾਮਿਲਨਾਡੂ ਦੇ ਵਿੱਚ ਜਿਹੜਾ ਫੈਸਟੀਵਲ ਤਿਉਹਾਰ ਮਨਾਇਆ ਜਾਂਦਾ ਹੈ ਜਦ ਫਸਲ ਵੱਢਣੀ ਹੋਏ ਉਹਨੂੰ ਆਪਾਂ ਪੋਂਗਲ ਕਹੀਦਾ ਹੈ। ਅਸਾਮ ਦੇ ਵਿੱਚ ਕਹੀਦਾ ਹੈ ਭੋਗਾਲੀ ਬਿਹੂ। ਅੱਗੇ ਹੈ always remember, ਹਮੇਸ਼ਾ ਯਾਦ ਰੱਖੋ, left over in farms should not be burnt. ਖੇਤਾਂ ਵਿੱਚ ਜੋ ਵੀ ਬਚ ਜਾਂਦਾ ਹੈ ਉਹਨੂੰ ਸਾੜਨਾ ਨਹੀਂ ਚਾਹੀਦਾ, ਅੱਗ ਨਹੀਂ ਲਾਣੀ ਚਾਹੀਦੀ। Dangerous gases pollute the environment by burning it. ਇਸ ਨੂੰ ਸਾੜਨ ਦੇ ਨਾਲ ਖਤਰਨਾਕ ਗੈਸਾਂ ਵਾਤਾਵਰਣ ਨੂੰ ਪ੍ਰਦੂਸ਼ਿਤ ਕਰਦੀਆਂ ਨੇ। Some animals and birds die in this way. ਕੁਝ ਜਾਨਵਰ ਤੇ ਪੰਛੀ ਇਸ ਤਰ੍ਹਾਂ ਮਰ ਜਾਂਦੇ ਨੇ। Humans suffer from breathing and eye diseases by this. ਇਸ ਨਾਲ ਇਨਸਾਨ ਸਾਹ ਤੇ ਅੱਖਾਂ ਦੀਆਂ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦੇ ਨੇ। So, residue of farms should be plowed in the ground. ਇਸ ਲਈ ਖੇਤਾਂ ਦੀ ਰਹਿੰਦੀ ਖੁੰਦੀ ਜੋ ਵੀ ਚੀਜ਼ ਬਚਦੀ ਹੈ ਉਸਨੂੰ ਜ਼ਮੀਨ ਦੇ ਵਿੱਚ ਹੀ ਵਾਹ ਦੇਣਾ ਚਾਹੀਦਾ ਹੈ। It serves as organic manure by decaying. ਤੇ ਇਹ ਸੜਨ ਤੋਂ ਬਾਅਦ organic ਖਾਦ ਬਣ ਜਾਂਦੀ ਹੈ। So, we should not burn the leaves and wastes of crops. ਇਸ ਲਈ ਸਾਨੂੰ ਸੜੇ ਹੋਏ ਪੱਤੇ ਹੋ ਗਏ, ਰਹਿੰਦਾ ਖੁੰਦਾ ਸਮਾਨ ਜਿਹੜਾ ਖੇਤਾਂ ਵਿੱਚ ਪਿਆ ਉਹਨੂੰ ਬਾਲਣਾ ਨਹੀਂ ਚਾਹੀਦਾ, ਅੱਗ ਨਹੀਂ ਲਾਣੀ ਚਾਹੀਦੀ। We should always be friends with environment. ਸਾਨੂੰ ਹਮੇਸ਼ਾ ਵਾਤਾਵਰਣ ਦੇ ਨਾਲ ਦੋਸਤੀ
ਕਰਨੀ ਚਾਹੀਦੀ ਹੈ ਤੇ ਰੱਖਣੀ ਚਾਹੀਦੀ ਹੈ। ਠੀਕ ਹੈ ਬੱਚਿਓ, ਇਹ ਸੀ ਅੱਜ ਦੀ ਕਲਾਸ ਤੇ ਮੈਂ ਉਮੀਦ ਕਰਦੀ ਹਾਂ ਤੁਸੀਂ ਬਹੁਤ ਕੁਝ ਨਵਾਂ ਸਿੱਖਿਆ ਹੋਵੇਗਾ। So now we'll meet next soon. Till then, take care. Bye bye. ਤੇ ਗੱਲਾਂ ਯਾਦ ਰੱਖਿਓ।